श्री वाहिगुरु साहिब जी। मैं गरीब सच टेक तू, मेरे सतगुर पूरे। देख तुम्हारा दर्शनो, मेरा मन धीरे। तू चौ सज्जन मैडिया, देई सिस उतार। नैन महिंजे तरस दे, कद पसी दीदार। श्री हर कृष्ण ध्याई है, जिस डिठै सब दुख जाए। तेग बहादुर सिमरिया, तेग बहादुर सिमरिया। हर नाउ निध आवै धाए, सब थाई होए सहाय। सो कहो टल गुर सेविया, अहनस सहज सुभाए। दर्शन परसया गुरु का, जन्म मरण दुख जाए। दर्शन परसया गुरु का, जन्म मरण दुख जाए। सतनाम श्री वाहिगुरु साहिब जी। सोरठ महला नावा, जो नर दुख मैं दुख नहीं मानै। सुख स्नेह अर पै नहीं जाकै, कंचन माटी मानै। जो नर दुख मैं दुख नहीं मानै। वाहिगुरु जी का खालसा, वाहिगुरु जी की फतेह। सच्चे पातशाह धन साहिब श्री गुरु ग्रंथ साहिब जी महाराज, सतगुरु जी की अपार बख्शिश रहमत सदका आपां संगत रूप विच इकत्र होए हाँ। धन गुरु तेग बहादुर साहब सच्चे पातशाह जी महाराज, दीन दयाल सतगुरु जी का 400 साला प्रकाश गुरपुरब, गुरु के महल अस्थान अमृतसर साहब की पावन धरती, बहुत उत्साह प्यार दे नाल सारे पंथ विच सच्चे पातशाह जी का प्रकाश गुरपुरब, ये शताब्दी पुरब मनाया जा रहा। आप संगतां दी ये इच्छा करके कि महाराज जी का शताब्दी पुरब है, ते सतगुरु जी के उपदेश की, महाराज के जीवन की कथा सुनिए। ते इस यतन नूं मुख रखदिआं आपां ये कथा आरंभ कीती है। धन गुरु तेग बहादुर सच्चे पातशाह जी महाराज, जिन्हां दी बाबत सतगुरु पंथ वाली धन गुरु गोबिंद सिंह सच्चे पातशाह जी महाराज जी ने अपनी रसना तो ये शब्द कहे है। महाराज जी शहादत दे उपर कि तेग बहादुर के चलत भयो जगत को शोक। है सब जग भयो, जय 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 सुर लोक। सच्चे पातशाह जी महाराज की एडी वड्डी कुर्बानी शहादत होई। सतगुरु जी कहते भाई सारे इस मात लोक विच हाहाकार मच गई सी। ते जदों महाराज कहते पिता सतगुरु जी सचखंड नूं चाला मारिया शहादत दे के, ते सारे देवतियां ने जय जयकार दियां धुनां ला दित्तियां। सुरग लोक तक सब देवी देवते धन गुरु तेग बहादुर साहब जी महाराज दे नाम दे डंके वजाउण लगे, जय जयकार करन लगे। सच्चे पातशाह धन गुरु तेग बहादुर साहब जी महाराज गरीब नवाज जदों
ਬਿਆਸਾ ਨੂੰ ਪਾਰ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਫਿਰ ਮਹਾਰਾਜ ਸਾਹਿਬ ਜੀ ਆਏ ਆ। ਇਤਿਹਾਸ ਤਾਂ ਬਹੁਤ ਲੰਮਾ, ਪਰ ਆਪਾਂ ਟੂਕ ਮਾਤਰ ਥੋੜਾ ਥੋੜਾ ਕਰਕੇ ਉਦੋਂ ਤੱਕ ਜੇ ਸੰਪੂਰਨਤਾ ਹੋ ਸਕੀ ਤਾਂ ਵਿਸਥਾਰ ਨਾਲ ਤਾਂ ਕਈ ਚਿਰ ਲੱਗ ਜਾਂਦਾ, ਕਿਉਂਕਿ ਜਦੋਂ ਮਹਾਰਾਜ ਜੀ ਦੀ ਆਪਾਂ ਕਥਾ ਸਰਵਣ ਕਰਦੇ ਹਾਂ ਤੇ ਫਿਰ ਉਹ ਵਿਸਥਾਰ ਸਹਿਤ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ, ਤਾਂ ਉਹਦੇ ਲਈ ਫਿਰ ਸਮਾਂ ਬਹੁਤ ਲੱਗਦਾ। ਪਰ ਮਹਾਰਾਜ ਜੀ ਦਾ ਆਪਾਂ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ, ਇਸ ਕਰਕੇ ਹਜ਼ੂਰ ਸਤਿਗੁਰਾਂ ਜੀ ਦੀ ਦਿੱਤੀ ਹੋਈ ਸਿੱਖਿਆ, ਮਹਾਰਾਜ ਜੀ ਦਾ ਜੀਵਨ, ਜਿੱਥੋਂ ਸਾਨੂੰ ਸੇਧ ਮਿਲਦੀ ਹੈ ਇਤਿਹਾਸ ਨਾਲ ਵੀ ਅਤੇ ਸਤਿਗੁਰਾਂ ਜੀ ਦੇ ਉਪਦੇਸ਼ ਨਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇਹ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਜਿੱਥੇ ਹੈ, ਇਹ ਮਾਖੋਵਾਲ ਦਾ ਜਿਹੜਾ ਥੇ ਵੱਜਦਾ ਸੀਗਾ, ਮਾਖੋ ਨਾਮ ਦਾ ਇੱਥੇ ਦੈਂਤ ਰਹਿੰਦਾ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇੱਥੇ ਆ ਕੇ ਚਰਨ ਪਾਏ ਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਗਰ ਵਸਾਉਣ ਵਾਸਤੇ ਨੀਂਹ ਪੱਥਰ ਰੱਖਿਆ। ਪਹਿਲਾ ਨਾਮ ਮਹਾਰਾਜ ਜੀ ਨੇ ਚੱਕ ਮਾਤਾ ਨਾਨਕੀ ਜੀ ਨਾਮ ਦਿੱਤਾ ਸੀਗਾ। ਕਾਗਜ਼ਾਂ ਵਿੱਚ ਅਜੇ ਵੀ ਕਈਆਂ ਥਾਵਾਂ ਤੇ ਇਹ ਨਾਮ ਬੋਲਦਾ ਹੈ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ। ਆਪਣੇ ਮਾਤਾ ਜੀ ਦੇ ਨਾਮ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਨਗਰ ਦਾ ਨਾਮ ਧਰਿਆ ਤੇ ਸਤਿਗੁਰੂ ਜੀ ਨੇ ਇੱਥੇ ਜਿਹੜੀ ਸੀ ਫਿਰ ਉਸਾਰੀ ਕਰਾਉਣੀ ਸ਼ੁਰੂ ਕੀਤੀ। ਜਿਹੜੇ ਗੁਰੂ ਕੇ ਮਹਿਲ ਅਸਥਾਨ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਦਰ, ਹੁਣ ਤਾਂ ਕਈ ਹਵੇਲੀਆਂ ਨਹੀਂ ਰਹੀਆਂ, ਤਾਂ ਪੁਰਾਤਨ ਹਵੇਲੀਆਂ ਜਿਨ੍ਹਾਂ ਦੇ ਵਿੱਚ ਦੀ ਹਾਥੀ ਲੰਘ ਜਾਂਦਾ ਹੁੰਦਾ ਸੀਗਾ, ਉਹਨਾਂ ਦੇ ਡੇੜੀ ਦੇ ਦਰਵਾਜ਼ੇ ਏਡੇ ਵੱਡੇ ਸੀਗੇ। ਤੇ ਇੱਕ ਦੋ ਹਵੇਲੀਆਂ ਜਿਹੜੀਆਂ ਅਜੇ ਹੈਗੀਆਂ, ਤੇ ਉਹਨਾਂ ਦੇ ਵੱਲ ਵੇਖ ਕੇ ਤੁਸੀਂ ਉਸ ਸਮੇਂ ਦੀ ਪੁਰਾਤਨਤਾ ਨੂੰ ਮਹਿਸੂਸ ਕਰ ਸਕਦੇ ਆ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇੱਥੇ ਆ ਕੇ ਸਤਿਗੁਰਾਂ ਜੀ ਨੇ ਨਿਵਾਸ ਕੀਤਾ, ਬਹੁਤ ਸਤਿਗੁਰੂ ਜੀ ਦਾ ਵੱਡਾ ਪ੍ਰਤਾਪ ਇੰਨਾ ਫੈਲਿਆ, ਧੀਰਮਲ ਨੇ ਬਹੁਤ ਜ਼ਿਆਦਾ ਈਰਖਾ ਕੀਤੀ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਦੁੱਖ ਪਹੁੰਚਾਉਣ ਦਾ ਯਤਨ ਕੀਤਾ, ਪਰ ਮਹਾਰਾਜ ਸਾਹਿਬ ਜੀ ਨੂੰ ਕੀ ਦੁੱਖ ਦੇ ਸਕਦਾ ਸੀ, ਜਿਹੜੇ ਸਤਿਗੁਰੂ ਜੀ ਉਪਦੇਸ਼ ਹੀ ਇਹ ਦੇ ਰਹੇ ਆ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹੋ ਔਰ ਭੈ ਨਹੀਂ ਜਾਕੈ। ਐਸੇ ਸਤਿਗੁਰੂ ਜੀ ਨੂੰ ਧੀਰਮਲ ਕੀ ਦੁੱਖ ਦੇ ਸਕਦਾ ਸੀਗਾ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇੱਥੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਵਾਸ ਕੀਤਾ, ਤੇ ਇੱਥੇ ਦੀ ਇੱਕ ਘਟਨਾ ਦਾ ਜ਼ਿਕਰ ਕੀਤਾ ਵਿਸ਼ੇਸ਼ ਕਰਕੇ, ਉਹ ਬੜੀ ਸਿੱਖਿਆਦਾਇਕ ਸਾਖੀ ਹੈ। ਬ੍ਰਹਮ ਗਿਆਨੀ ਦੀ ਹੀ ਅਵਸਥਾ ਨੂੰ ਇਸ ਸ਼ਬਦ ਦੇ ਪ੍ਰਕਰਨ ਅਨੁਸਾਰ ਬਿਆਨ ਕਰਦੀ ਹੈ ਸਾਖੀ ਹੈ। ਜਦੋਂ ਮਹਾਰਾਜ ਜੀ ਇੱਥੇ ਸਰਾਂ ਦੀ ਉਸਾਰੀ ਕਰਵਾ ਰਹੇ ਸੀਗੇ, ਸਤਿਗੁਰੂ ਜੀ ਦਾ ਦੋਵੇਂ ਸਮੇਂ ਦੀਵਾਨ ਲੱਗਦਾ ਸੀ, ਖੁੱਲਾ ਲੰਗਰ ਚੱਲਦਾ ਸੀ। ਜਿੰਨੇ ਕਾਮੇ ਸੀ ਤੇ ਰਾਜਗੀਰੀ ਲੋਕ ਸੀਗੇ, ਸਾਰੇ ਮਿਸਤਰੀ ਆਦਿਕ, ਉਹ ਲੰਗਰ ਚੋਂ ਪ੍ਰਸ਼ਾਦ ਛਕਦੇ, ਸਾਰਾ ਦਿਨ ਉਸਾਰੀ ਦਾ ਕੰਮ ਕਰਦੇ, ਗੁਰੂ ਸਾਹਿਬ ਜੀ ਦਾ ਦੀਵਾਨ ਵੀ ਸੁਣਦੇ। ਤੇ ਇੱਕ ਦਿਨ ਕੀ ਹੋਇਆ ਕਿ ਇੱਕ ਮੁਸਲਮਾਨ ਫਕੀਰ ਸੀਗਾ, ਉਹ ਇਧਰੋਂ ਦੀ ਲੰਘ ਰਿਹਾ ਸੀ, ਉਹਨੇ ਰੋਪੜ ਜਾਣਾ ਸੀ ਕਿਸੇ ਕਾਰਜ ਵਾਸਤੇ। ਤੇ ਜਦੋਂ ਇੱਥੇ ਆਇਆ ਸ਼੍ਰੀ ਅਨੰਦਪੁਰ ਸਾਹਿਬ, ਤੇ ਬੜੀਆਂ ਮਹਿਲ ਮਾੜੀਆਂ ਉਸਰਦੀਆਂ ਦੇਖੀਆਂ, ਤੇ ਲੱਗੇ ਹੋਏ ਉਹਨਾਂ ਮਿਸਤਰੀਆਂ ਨੂੰ ਪੁੱਛਦਾ ਹੈ ਕਿ ਭਈ ਇਹ ਤੁਸੀਂ ਜੋ ਮਹਿਲ ਮਾੜੀਆਂ ਬਣਾ ਰਹੇ ਹੋ, ਇਹ ਕੌਣ ਬਣਵਾ ਰਿਹਾ? ਤਾਂ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਗੱਦੀ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਜਿਹੜੀਆਂ ਇਮਾਰਤਾਂ ਹਨ ਉਹ ਤਿਆਰ ਕਰਵਾ ਰਹੇ ਆ। ਇਸ ਸਮੇਂ ਫਕੀਰ ਨੇ ਫਿਰ ਕਿਹਾ ਕਿ ਕਿੱਥੇ ਫਕੀਰੀ ਤੇ ਕਿੱਥੇ ਮਾਇਆ 'ਚ ਫਸਣਾ, ਭਾਵ ਇਮਾਰਤਾਂ ਦਾ ਜਿਹੜਾ ਉਸਾਰੀ ਕਰਾਉਣੀ, ਇਹ ਮਾਇਆ ਦੇ ਵਿੱਚ ਫਸਣ ਵਾਸਤੇ
ਉਸਨੇ ਇਸ਼ਾਰਾ ਦਿੱਤਾ ਕਿ ਇਹ ਤਾਂ ਮਾਇਆ 'ਚ ਫਸੇ ਆ ਤੇ ਗੁਰੂ ਨਾਨਕ ਸਾਹਿਬ ਦੀ ਗੱਦੀ ਤਾਂ ਫਕੀਰਾਂ ਵਾਲੀ ਆ, ਪਰ ਉਹਨੂੰ ਫਕੀਰ ਨੂੰ ਨਹੀਂ ਪਤਾ ਕਿ ਰਾਜਯੋਗ ਗੱਦੀ ਆ। ਤੇ ਉਹ ਕਹਿੰਦੇ ਵੀ ਮੇਰੇ ਇਸ ਫਕੀਰ ਕਹਿੰਦਾ ਪ੍ਰਸ਼ਨ ਦਾ ਉੱਤਰ ਮਹਾਰਾਜ ਤੋਂ ਲੈ ਕੇ ਰੱਖਿਓ, ਤੇ ਮੈਂ ਜਦੋਂ ਵਾਪਸ ਆਊਂਗਾ ਮੈਨੂੰ ਉਦੋਂ ਉੱਤਰ ਦੱਸ ਦਿਓ ਤੁਸੀਂ। ਉਹ ਕਹਿੰਦੇ ਚੰਗਾ ਮਹਾਰਾਜ। ਫਿਰ ਜਦੋਂ ਉਦਣ ਸਮਾਪਤੀ ਕੀਤੀ ਕੰਮ ਦੀ, ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆ ਕੇ ਦੀਵਾਨ 'ਚ ਉਹਨਾਂ ਫਿਰ ਦੱਸਿਆ ਕਿ ਮਹਾਰਾਜ ਇੱਕ ਫਕੀਰ ਆਇਆ ਸੀ, ਉਹਨੇ ਇਹ ਬਚਨ ਕਿਹਾ ਕਿ ਫਕੀਰੀ ਕੀ ਤੇ ਦਰਵੇਸ਼ੀ ਕੀ ਤੇ ਮਾਇਆ ਵਿੱਚ ਫਸੇ ਗ੍ਰਸਤੀਆਂ ਦੀ ਗੱਲ ਕੀ। ਭਾਵ ਉਹ ਮਹਾਰਾਜ ਸ਼ੰਕਾ ਕਰਦਾ ਵੀ ਗੁਰੂ ਨਾਨਕ ਸਾਹਿਬ ਦੀ ਗੁਰਿਆਈ ਗੱਦੀ ਤੇ ਜਿਹੜੀ ਆ ਉਹ ਦਰਵੇਸ਼ਾਂ ਵਾਲੀ ਆ, ਤੇ ਇਹ ਮਾਇਆ 'ਚ ਜਿਹੜੇ ਆ ਫਸਣ ਵਾਲੇ ਜਿਹੜੇ ਕਰਮ ਆ ਉਹ ਗੁਰੂ ਸਾਹਿਬ ਕਰਵਾ ਰਹੇ ਆ। ਤੇ ਇਹਦਾ ਉੱਤਰ ਮਹਾਰਾਜ ਮੰਗਿਆ ਫਕੀਰ ਨੇ। ਸਤਿਗੁਰੂ ਜੀ ਨੇ ਫਿਰ ਆਖਿਆ ਵੀ ਜਦੋਂ ਹੁਣ ਆਏਗਾ ਤੇ ਉਹਨੂੰ ਸਾਡੇ ਕੋਲ ਲੈ ਕੇ ਆਇਓ। ਕਹਿੰਦੇ ਚੰਗਾ ਮਹਾਰਾਜ। ਉਹ ਫਿਰ 2 ਕੁ ਦਿਨਾਂ ਤੱਕ ਫਕੀਰ ਮੁੜ ਆਇਆ। ਫਿਰ ਜਦੋਂ ਮੁੜ ਕੇ ਆਇਆ ਤੇ ਉਹਨੇ ਪੁੱਛਿਆ ਵੀ ਹਾਂ ਮੇਰਾ ਉੱਤਰ ਲਿਆ। ਉਹ ਕਹਿੰਦੇ ਫਕੀਰ ਜੀ ਮਹਾਰਾਜ ਨੇ ਤੁਹਾਨੂੰ ਸੱਦਿਆ ਵਾ ਕੋਲ, ਤੇ ਚਲੋ ਮਹਾਰਾਜ ਆਪ ਹੀ ਤੁਹਾਨੂੰ ਉੱਤਰ ਦੇਣਗੇ। ਉਹ ਕਹਿੰਦਾ ਚਲੋ ਠੀਕ ਆ, ਚੱਲ ਰਹਿੰਦੇ ਆ। ਉਹ ਫਿਰ ਚਲਿਆ ਗਿਆ ਫਕੀਰ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਦੋਂ ਦਰਸ਼ਨ ਕੀਤਾ, ਨਮਸਕਾਰ ਕੀਤੀ ਮਹਾਰਾਜ ਦੇ ਚਰਨਾਂ 'ਚ, ਸਤਿਗੁਰਾਂ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਤੇ ਬੈਠ ਗਿਆ। ਸਤਿਗੁਰੂ ਜੀ ਕਹਿੰਦੇ ਭਾਈ ਕੀ ਸ਼ੰਕਾ ਫਕੀਰ ਜੀ ਤੁਹਾਡਾ? ਤੇ ਫਕੀਰ ਨੇ ਫਿਰ ਦੱਸਿਆ ਕਿ ਮਹਾਰਾਜ ਆਪਦੀ ਗੁਰੂ ਨਾਨਕ ਸਾਹਿਬ ਦੀ ਗੁਰਿਆਈ ਗੱਦੀ ਆ, ਇਹ ਫਕੀਰਾਂ ਵਾਲੀ ਗੱਦੀ ਆ। ਤੁਸੀਂ ਮਹਾਰਾਜ ਇੰਨਾ ਇਹ ਮਹਿਲ ਮਾੜੀਆਂ, ਇਹ ਤਾਂ ਮਾਇਆ ਦੀ ਪ੍ਰਵਿਰਤੀ ਹੈ ਸਾਰੀ, ਤੇ ਇਹਦੇ 'ਚ ਮਹਾਰਾਜ ਆਪ ਕਿਉਂ ਇੰਨਾ ਖੁਬੇ ਹੋਏ ਹੋ? ਤੇ ਸਤਿਗੁਰੂ ਜੀ ਨੇ ਤੇ ਇਸ ਸਮੇਂ ਕਿਹਾ ਫਕੀਰ ਜੀ ਵੀ ਵੇਖਣਾ ਚਾਹੁੰਦੇ ਹੋ ਕਿ ਜਾਂ ਦੱਸੀਏ ਉੱਦਾਂ? ਕਹਿੰਦਾ ਮਹਾਰਾਜ ਦਿਖਾ ਦਿਓ ਕਿ ਉਦੋਂ ਕੀ ਚੰਗਾ। ਫਿਰ ਮਹਾਰਾਜ ਕਹਿੰਦੇ ਚੰਗਾ ਕਰੋ ਨੇਤਰ ਬੰਦ। ਫਕੀਰ ਨੇ ਕੀਤੇ ਨੇਤਰ ਬੰਦ। ਹਜ਼ੂਰ ਨੇ ਆਪਣੇ ਕਰ ਕਮਲਾਂ 'ਚ ਫੜੀ ਇੱਕ ਨਿੱਕੀ ਜੀ ਸੋਟੀ ਜਿਹੜੀ ਸੀ ਨਾ, ਉਹ ਫਕੀਰ ਦੇ ਸਿਰ ਤੇ ਰੱਖਤੀ। ਉਹ ਸੋਟੀ ਕੀ ਰੱਖੀ, ਫਕੀਰ ਦੀ ਸੁਰਤ ਮਹਾਰਾਜ ਸੱਚੇ ਪਾਤਸ਼ਾਹ ਲੈ ਗਏ ਕਿਤੇ ਹੋਰ ਹੀ। ਫਿਰ ਉਹ ਕੀ ਵੇਖਣ ਲੱਗ ਪਿਆ ਦ੍ਰਿਸ਼? ਉਹ ਦ੍ਰਿਸ਼ ਦੇਖਣ ਲੱਗ ਪਿਆ ਕਿ ਇੱਕ ਜੰਗਲ, ਬੀਆਬਾਨ, ਉਜਾੜ ਹੈ 4 ਚੁਫੇਰੇ, ਤੇ ਬੜੇ ਖੂੰਖਾਰ ਜਾਨਵਰ ਨੇ ਉੱਥੇ। ਤੇ ਉੱਥੇ 4 ਸਾਧੂ ਜੰਗਲ 'ਚ ਤੁਰੇ ਆਉਂਦੇ ਆ, ਤੇ ਬਹੁਤ ਭਾਰੀ ਬਰਖਾ ਪੈ ਰਹੀ ਆ, ਠੰਡ ਦੀ ਰੁੱਤ ਵਾ। ਉਹਨਾਂ ਨੇ ਬਚਾਅ ਵਾਸਤੇ ਉਹ ਇੱਕ ਗੁਫਾ 'ਚ ਜਾ ਵੜੇ। ਜਦੋਂ ਅੰਦਰ ਜਾ ਵੜੇ ਉਹਨਾਂ ਨੂੰ ਪਤਾ ਲੱਗਾ ਕਿ ਸ਼ੇਰ ਦੀ ਗੁਫਾ ਵਾ। ਫਿਰ ਸੋਚਦੇ ਆ ਵੀ ਜੇ ਹੁਣ ਬਾਹਰ ਵੀ ਕੋਈ ਥਾਂ ਨਹੀਂ ਹੈਗਾ, ਤੇ ਜੇ ਸ਼ੇਰ ਆ ਗਿਆ ਸ਼ੇਰ ਨੇ ਖਾ ਜਾਣਾ, ਤੇ ਬਾਹਰ ਨਿਕਲੇ ਤੇ ਠੰਡ ਨਾਲ ਮਰ ਜਾਵਾਂਗੇ, ਇੰਨੇ ਜ਼ਿਆਦਾ ਉਤੋਂ ਗੜੇ ਪੈ ਰਹੇ ਆ, ਤੇ ਕੀ ਕਰੀਏ? ਉਹ ਫਿਰ ਕਹਿੰਦੇ ਕੋਈ ਨਹੀਂ, ਟਿਕੇ ਰਹੋ, ਹੋ ਸਕਦਾ ਸ਼ੇਰ ਆਪਣੀ ਗੁਫਾ ਬਦਲ ਗਿਆ ਹੋਵੇ, ਤੇ ਜੇ ਤਾਂ ਬਾਹਰ ਨਿਕਲੇ ਫਿਰ ਤਾਂ ਮ੍ਰਿਤਿੂ ਨਿਸ਼ਚਿਤ ਹੀ ਆ, ਹੁਣ ਬਚ ਨਹੀਂ ਸਕਦੇ ਠੰਡ ਤੋਂ। ਤੇ ਗੁਫਾ 'ਚ ਫਿਰ ਅੱਗ ਬਾਲ ਕੇ ਤੇ ਉਹ ਉੱਥੇ ਜਿਹੜੇ ਟਿਕੇ ਰਹੇ। ਜਦੋਂ ਸ਼ੇਰ ਬਾਹਰੋਂ ਆਇਆ ਫਿਰ ਤੁਰ ਕੇ, ਉਹਨੂੰ ਪਤਾ ਲੱਗ ਗਿਆ, ਕਿਉਂਕਿ ਸ਼ੇਰ ਨੂੰ ਜਿਹੜਾ ਉਹ ਸੁੰਘਣ ਤੋਂ ਪਤਾ ਲੱਗ ਜਾਂਦਾ ਵੀ ਇੱਥੇ ਕੋਈ ਹੈ। ਸ਼ੇਰ ਨੂੰ ਪਤਾ ਲੱਗ ਗਿਆ ਵੀ ਮੇਰੇ ਗੁਫਾ ਦੇ ਵਿੱਚ ਕੋਈ ਮਨੁੱਖ ਆਏ ਆ, ਤੇ ਉਹਨੂੰ ਪਿਛਲੇ ਜਨਮ ਦੀ ਕੋਈ ਸੋਝੀ ਹੋਣ ਕਰਕੇ ਗਿਆਨ ਹੋ ਗਿਆ ਕਿ ਇਹ ਮੇਰੇ ਅਤਿਥੀ ਆ, ਵੀ ਮੈਂ ਹੁਣ ਜੇ ਸਾਹਮਣੇ ਗਿਆ ਤੇ ਡਰਨਾ ਹੀ ਮਰ ਜਾਣਗੇ, ਇਸ ਕਰਕੇ ਤੇਰੇ ਇਹ ਅਤਿਥੀ ਆ, ਤੈਨੂੰ ਇਹਨਾਂ ਦੀ ਆਓ ਭਗਤ ਕਰਨੀ ਚਾਹੀਦੀ ਹੈ, ਤੇ ਤੂੰ ਹੁਣ ਜਾ ਨਾ ਗੁਫਾ 'ਚ। ਇਹ ਸੋਝੀ ਆ ਗਈ ਤੇ ਸ਼ੇਰ ਗੁਫਾ 'ਚ ਨਹੀਂ ਵੜਿਆ, ਬਾਹਰ ਹੀ ਬਹਿ ਗਿਆ। ਬਾਹਰ ਫਿਰ ਠੰਡ ਬੜੇ ਜ਼ੋਰ ਦੀ ਹੀ, ਗੜੇ ਪੈਂਦੇ ਸੀ ਉੱਤੋਂ, ਤੇ ਠੰਡ ਨਾ ਝੱਲ ਸਕਿਆ ਸ਼ੇਰ, ਤੇ ਠੰਡ ਨਾਲ ਹੀ ਫਿਰ ਮਰ ਗਿਆ, ਪੂਰਾ ਹੋ ਗਿਆ। ਤੇ ਜਦੋਂ ਦਿਨ ਚੜ੍ਹਨ ਤੋਂ ਹਨੇਰੀ ਠੱਲ ਗਈ, ਤੇ ਫਿਰ ਜਦੋਂ ਸਾਧੂ ਮਹਾਤਮਾ ਨਿਕਲੇ ਅੰਦਰੋਂ, ਉਹਨਾਂ ਨੇ ਵੇਖ ਲਿਆ ਵੀ ਸ਼ੇਰ ਆਇਆ ਸੀਗਾ, ਪਰ ਇਹਨੂੰ ਕੋਈ ਸੋਝੀ ਹੋਣ ਕਰਕੇ ਨਾ ਸਾਡੀ ਇਹਨੇ ਸੇਵਾ ਕੀਤੀ, ਅੰਦਰ ਨਹੀਂ ਵੜਿਆ ਵੀ ਅਸੀਂ ਡਰ ਨਾ ਜਾਈਏ। ਤੇ ਸਾਧੂ
ਹੋਰ ਤਾਂ ਕੁਛ ਨਹੀਂ ਸੀ। ਫਿਰ ਸਾਧੂਆਂ ਨੇ ਨਾ ਉਹਦੇ ਮਸਤਕ ਨੂੰ ਆਪੋ ਆਪਣੇ ਚਰਨ ਛੁਹਾਤੇ, ਤੇ ਜਦੋਂ ਸਾਧੂਆਂ ਦੇ ਚਰਨ ਛੋਏ ਉਹਦੇ ਮਸਤਕ ਨੂੰ, ਇੱਕ ਰਾਤ ਕਿਸੇ ਅਤਿਥੀ ਨੂੰ ਕਟਾਉਣ ਵਾਸਤੇ, ਲੋੜਵੰਦ ਦੀ ਸੇਵਾ ਕਰਨ ਲਈ, ਉਹਨੂੰ ਫਲ ਕੀ ਮਿਲਦਾ? ਫਿਰ ਮਹਾਰਾਜ ਉਹਦੀ ਸੁਰਤ ਨੂੰ, ਫਕੀਰ ਦੀ ਸੁਰਤ ਨੂੰ ਪਰਲੋਕ ਚ ਲੈ ਜਾਂਦੇ ਵੀ ਇਸ ਸ਼ੇਰ ਨੂੰ ਆਪਣੀ ਗੁਫਾ ਇੱਕ ਦਿਨ ਅਤਿਥੀਆਂ ਨੂੰ ਦੇਣ ਵਾਸਤੇ, ਲੋੜਵੰਦਾਂ ਨੂੰ ਦੇਣ ਵਾਸਤੇ ਆਪਣਾ ਘੁਰਨਾ, ਆਪਣਾ ਘਰ, ਉਹਦਾ ਫਲ ਕੀ ਮਿਲਿਆ? ਉਹਨੂੰ ਪਰਲੋਕ ਦੇ ਵਿੱਚ ਸੋਨੇ ਦਾ ਤਖਤ ਬੈਠਣ ਨੂੰ ਪ੍ਰਾਪਤ ਹੋਇਆ। ਸਿਰ ਤੇ ਚੌਰ ਹੁੰਦੀ ਆ, ਬੜੇ ਵੱਡੇ ਵੱਡੇ ਮਹਿਲ ਨੇ, ਬੜੀਆਂ ਸੁੱਖ ਪਾਲਕੀਆਂ ਨੇ, ਬੜੇ ਜ਼ਿਆਦੇ ਅਹਿਲਕਾਰ, ਅਮੀਰ ਵਜ਼ੀਰ ਨੇ, ਹਲੀਮੀ ਵਿੱਚ ਸੇਵਾ ਕਰਦੇ ਆ। ਪਰਲੋਕ ਦਾ ਜਿਹੜਾ ਸੀ ਨਾ, ਸਵਰਗਾਂ ਦਾ ਉਹ ਰਾਜ, ਉਹਨੂੰ ਤਖਤ ਤੇ ਬੈਠਣਾ ਤੇ ਬੜੇ ਭਾਰੀ ਸੁੱਖ ਉਹ ਉਹਨੂੰ ਪ੍ਰਾਪਤ ਹੋਏ। ਦੇਖ ਕੇ ਫਕੀਰ ਹੈਰਾਨ ਹੋ ਗਿਆ ਕਿ ਇੱਕ ਰਾਤ ਕਟਾਉਣ ਦੇ ਨਾਲ, ਲੋੜਵੰਦ ਦੀ ਸੇਵਾ ਕਰਨੇ ਕਰਕੇ ਏਡਾ ਵੱਡਾ ਫਲ ਪ੍ਰਾਪਤ ਹੁੰਦਾ। ਤੇ ਇੰਨਾ ਜਦੋਂ ਮਹਾਰਾਜ ਨੇ ਵਿਖਾਇਆ ਸਾਰਾ ਕੌਤਕ, ਤੇ ਗੁਰੂ ਸਾਹਿਬ ਨੇ ਜਿਹੜੀ ਸੀ ਛਿਟੀ ਸਿਰ ਤੋਂ ਚੱਕ ਲਈ। ਫਕੀਰ ਨੂੰ ਉਸੇ ਸਮੇਂ ਹੋਸ਼ ਆ ਗਈ, ਅੱਖਾਂ ਖੁੱਲ ਗਈਆਂ। ਮਹਾਰਾਜ ਕਹਿੰਦੇ, ਦੱਸੋ ਫਕੀਰ ਜੀ, ਹੁਣ ਇਹ ਮਾਇਆ ਵਿੱਚ ਪ੍ਰਵਿਰਤੀ ਵਾਲੇ ਕਰਮ ਆ ਕਿ ਜਾਂ ਮਾਇਆ ਤੋਂ ਨਿਰਵਿਰਤੀ ਵਾਲੇ ਕਰਮ ਆ, ਤੇ ਫਲ ਕਿੱਡਾ ਵੱਡਾ? ਫਕੀਰ ਫਿਰ ਮਹਾਰਾਜ ਦੇ ਚਰਨੀ ਪੈ ਗਿਆ, ਸੱਚੇ ਪਾਤਸ਼ਾਹ ਜੀ ਦੇ। ਮਹਾਰਾਜ ਤੁਸੀਂ ਪਰਉਪਕਾਰ ਕਰ ਰਹੇ ਹੋ। ਸਤਿਗੁਰੂ ਜੀ ਸਰਾਂ ਇਸ ਕਰਕੇ ਨਹੀਂ ਸੀ ਬਣਾ ਰਹੇ, ਜਿਵੇਂ ਸੰਸਾਰੀਆਂ ਲਈ ਉਪਦੇਸ਼ ਹੈ ਕਿ ਗਹਿਰੀ ਕਰਕੇ ਨੀਂਵ ਖੁਦਾਈ ਉੱਪਰ ਮੰਡਪ ਛਾਏ। ਤੇ ਉਹ ਸੰਸਾਰੀ ਤਾਂ ਆਪਾਂ ਨੀਂਹ ਬੜੀ, ਉਹਨੂੰ ਕਾਰੀਗਰ ਨੂੰ ਕਹਿੰਦੇ ਡੂੰਘੀ ਰੱਖਣੀ ਆ, ਵੀ ਜਿੱਦਾਂ ਆਪਾਂ 200 ਸਾਲ ਜੀਣਾ ਹੁੰਦਾ ਇਸ ਸੰਸਾਰ 'ਚ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਲੋੜਵੰਦਾਂ ਦੀ ਜਿੱਥੇ ਮਦਦ ਹੋ ਸਕੇ, ਜਿੱਥੇ ਲੰਗਰ ਅਟੁੱਟ ਚੱਲ ਸਕਣ, ਸੱਚੇ ਪਾਤਸ਼ਾਹ ਜੀ ਉਹ ਸਰਾਵਾਂ ਬਣਾਈਆਂ ਮਹਾਰਾਜ ਜੀ ਨੇ, ਜਿੱਥੇ ਆ ਕੇ ਕੋਈ ਲੋੜਵੰਦ ਰੁਕੇ, ਰਾਤ ਕੱਟੇ, ਰਾਹਗੀਰਾਂ ਨੂੰ ਸੁੱਖ ਪ੍ਰਾਪਤ ਹੋਵੇ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਇਹੋ ਜਿਹੇ ਮਹਿਲ ਪਾ ਕੇ ਕਿ ਆਪਣਾ ਪ੍ਰਭਾਵ ਸੰਸਾਰ ਨੂੰ ਦਿਖਾਉਣ ਲਈ ਨਹੀਂ ਸੀ ਪਾ ਰਹੇ। ਸਤਿਗੁਰੂ ਤਾਂ ਜੀਆਂ ਦੇ ਭਲੇ ਲਈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਉਹ ਇਮਾਰਤਾਂ ਬਣਾ ਰਹੇ ਸੀ। ਫਕੀਰ ਫਿਰ ਮਹਾਰਾਜ ਦੇ ਚਰਨੀ ਪੈ ਗਿਆ, ਸੱਚੇ ਪਾਤਸ਼ਾਹ ਆਪ ਪਰਉਪਕਾਰ ਕਰ ਰਹੇ ਹੋ। ਮਾਇਆ ਤੋਂ ਨਿਵਰਤੀ ਵਾਲੇ ਕਾਰਜ ਆਏ ਸਾਰੇ, ਕਿਉਂਕਿ ਜਿਹੜਾ ਮਾਇਆ ਦੇ ਵਿੱਚ ਖੁੱਭ ਕਰਕੇ ਤੇ ਆਪਣੱਤ ਕਰਕੇ, ਪਦਾਰਥਾਂ ਦੀ ਮੇਰ ਕਰਕੇ, ਜਿਹੜਾ ਪਕੜ ਕਰਕੇ ਕਿਸੇ ਚੀਜ਼ ਦੀ ਉਸਾਰੀ ਕਰਨੀ, ਉਹਦੇ ਵਿੱਚ ਫਿਰ ਮੇਰ ਲੱਗੀ ਰਹਿੰਦੀ ਹੈ। ਮਨ ਹੰਕਾਰ ਕਰਦਾ, ਮਨ ਝੂਠੇ ਪਦਾਰਥਾਂ ਦੀ ਪਕੜ 'ਚ ਫਸ ਜਾਂਦਾ ਹੈ, ਤੇ ਫਿਰ ਸੰਸਾਰ ਦੇ ਦੁੱਖ ਤੇ ਸੁੱਖ ਸਾਰੇ ਹੀ ਆ ਕਰਕੇ ਲੱਗਦੇ ਆ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਸ਼੍ਰੀ ਅਨੰਦਪੁਰ ਸਾਹਿਬ ਦੇ ਰਹਿੰਦਿਆਂ ਫਕੀਰ ਨੂੰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਸੀ ਤੇ ਸਮਝਾਇਆ ਸੀ ਕਿ ਗ੍ਰਸਤੀ ਦਾ ਕੀ ਫਰਜ਼ ਵਾ। ਗ੍ਰਸਤੀ ਦਾ ਫਰਜ਼ ਵਾ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਣ ਰਾਹ ਪਛਾਣੈ ਸੇ। ਫਿਰ ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਇਹ ਸਤਿਗੁਰੂ ਜੀ ਨੇ ਸਿੱਖਿਆ ਸਿਖਾਈ ਹੈ। ਗ੍ਰਸਤ ਮਾਰਗ ਤੇ ਚੱਲਦੇ ਆ, ਜਿੱਥੇ ਆਪਣੇ ਧਰਮ ਦੀ ਕਿਰਤ ਕਰਨੀ ਹੈ, ਨਾਮ ਜਪਣਾ, ਵੰਡ ਛਕਣਾ, ਉੱਥੇ ਜਿਹੜਾ ਵੀ ਕੋਈ ਲੋੜਵੰਦ ਹੈ, ਕੋਈ ਜ਼ਰੂਰਤਮੰਦ ਹੈ, ਉਹਦੀ ਜਥਾ ਸ਼ਕਤ ਸੇਵਾ ਕਰਨੀ। ਆਪਣੇ ਘਰ ਨੂੰ ਆਪਣਾ ਨਹੀਂ ਸਮਝਣਾ, ਇਹਨੂੰ ਗੁਰੂ ਨਾਨਕ ਸਾਹਿਬ ਦੀ ਧਰਮਸ਼ਾਲਾ ਸਮਝਣਾ। ਤਾਂ ਹੀ ਤਾਂ ਭਾਈ ਸਾਹਿਬ ਨੇ ਫਿਰ ਇਹ ਕਿਹਾ ਸੀ ਨਾ, ਘਰ ਘਰ ਅੰਦਰ ਧਰਮਸਾਲ। ਇਹ ਗੁਰੂ ਨਾਨਕ ਸਾਹਿਬ ਨੇ ਬਣਾਤੀਆਂ, ਘਰ ਘਰ ਦੇ ਅੰਦਰ ਧਰਮਸ਼ਾਲਾ ਹੀ ਆ। ਸਾਰੇ ਸਿੱਖ ਦਾ ਘਰ ਕੀ ਹੈ? ਧਰਮਸ਼ਾਲਾ। ਉੱਥੇ ਆਏ ਗਏ ਨੂੰ ਸ਼ਰਨ ਪ੍ਰਾਪਤ ਹੁੰਦੀ ਹੈ, ਜਿਹੜਾ ਹੈ ਉੱਤੇ ਲੈਣ ਨੂੰ ਕੱਪੜਾ, ਬਿਸਤਰਾ, ਖਾਣ ਨੂੰ ਭੋਜਨ ਪ੍ਰਾਪਤ ਹੁੰਦਾ ਹੈ। ਸਰਾਵਾਂ ਵਿੱਚ ਇਹੋ ਹੀ ਹੁੰਦਾ, ਲੰਗਰ ਮਿਲ ਜਾਂਦਾ ਤੇ ਆਰਾਮ ਕਰਨ ਨੂੰ ਬਿਸਤਰਾ ਮਿਲ ਜਾਂਦਾ ਤੇ ਨਹਾਉਣ ਨੂੰ ਜਲ ਮਿਲ ਜਾਂਦਾ, ਲੋੜੀਂਦੀਆਂ ਚੀਜ਼ਾਂ ਮਿਲ ਜਾਂਦੀਆਂ, ਆਪਣੇ ਮੰਜ਼ਿਲ ਤੇ ਫਿਰ ਅੱਗੇ ਤੁਰ ਪਈਦਾ। ਇਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਿੱਥੇ ਜਿੱਥੇ ਵੇਖੋ ਮਹਾਰਾਜ ਦੇ ਸਥਾਨ ਨੇ, ਬਾਹਰੋਂ ਵੀ ਸੰਗਤਾਂ ਨੇ ਸੇਵਾ ਕਰ ਕਰਕੇ ਕਿੰਨੀਆਂ ਸੋਹਣੀਆਂ ਸਰਾਵਾਂ ਬਣਾਈਆਂ ਨੇ। ਇਹ ਸਤਿਗੁਰੂ ਜੀ ਦੀ ਆਗਿਆ, ਕਿਉਂਕਿ ਜਿਸ ਨੂੰ ਲੋੜਮੰਦ ਨੂੰ ਥਕੇਵਾਂ ਦੂਰ ਹੋ ਗਿਆ, ਆਰਾਮ ਕਰਕੇ ਭੁੱਖ ਦੂਰ ਹੋ ਗਈ, ਭੋਜਨ ਛਕ ਕੇ ਤੇ ਸਾਰੀਆਂ ਲੋੜੀਂਦੀਆਂ ਚੀਜ਼ਾਂ ਮਿਲ ਗਈਆਂ,
ਸਰੀਰ ਦੀ ਕਿਰਿਆ ਸੋਧ ਕੇ ਇਸ਼ਨਾਨ ਕਰਕੇ ਫਿਰ ਉਸ ਸ਼ਬਦ ਦੇ ਵਿੱਚ ਸੁਰਤ ਜੋੜ ਕੇ ਕੀਰਤਨ ਸੁਣਦਾ, ਕਥਾ ਸੁਣਦੇ, ਸੰਗਤ ਕਰਕੇ ਆਤਮਾ ਦੀ ਖੁਰਾਕ ਪਾ ਕੇ ਤਨੋਂ ਮਨੋਂ ਨਿਹਾਲ ਹੋ ਜਾਂਦੇ। ਇਹ ਗੁਰੂ ਘਰ ਦੇ ਅੰਦਰ ਸਾਰੀਆਂ ਸੁਵਿਧਾਵਾਂ ਪ੍ਰਾਪਤ ਹੁੰਦੀਆਂ। ਜਿਹੜੇ ਬੰਦੇ ਨੇ ਉਹਨੂੰ ਕਿਰਿਆ ਸੋਧਣ ਦਾ ਹੀ ਚੰਗਾ ਥਾਂ ਨਾ ਪ੍ਰਾਪਤ ਹੋਵੇ, ਨਹਾਉਣ ਨੂੰ ਜਲ ਨਾ ਪ੍ਰਾਪਤ ਹੋਵੇ, ਸੌਂ ਹੀ ਨਾ ਸਕਿਆ ਹੋਵੇ ਚੰਗੀ ਤਰ੍ਹਾਂ, ਉਹਨੂੰ ਫਿਰ ਸ਼ਬਦ 'ਚ ਸੁਰਤ ਕੀ ਲਾਉਣੀ ਹੈ। ਤੋ ਇਸ ਤਰ੍ਹਾਂ ਗੁਰੂ ਘਰ ਦੇ ਅੰਦਰ ਹੋਰਨਾਂ ਦੀ ਸੇਵਾ ਕਰਨ ਦਾ ਵੱਡਾ ਕੁੰਭ ਹੈ, ਤੇ ਜਿੱਥੇ ਆਪ ਆਪਣੀਆਂ ਲੋੜਾਂ ਪੂਰੀਆਂ ਕਰਕੇ ਸ਼ਬਦ ਵਿੱਚ ਸੁਰਤ ਜੋੜਨੀ, ਉੱਥੇ ਲੰਗਰਾਂ 'ਚ ਸੇਵਾ ਕਰਨੀ। ਇਹ ਸੱਚੇ ਪਾਤਸ਼ਾਹ ਜੀ ਨੇ ਪਰਉਪਕਾਰ ਵਾਸਤੇ ਹੀ ਵੱਡੇ ਲੰਗਰ ਲਾਏ ਆ ਮਹਾਰਾਜ ਜੀ ਨੇ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਏਡੇ ਪਰਉਪਕਾਰ ਕੀਤੇ। ਮਹਾਰਾਜ ਜੀ ਦੇ ਪਰਉਪਕਾਰਾਂ ਦੇ ਥੱਲੇ ਦਬੀ ਹੋਈ ਹੈ ਸਾਰੀ ਧਰਤੀ। ਸਤਿਗੁਰੂ ਜੀ ਨੇ ਇੰਨੇ ਰਹਿਮਤਾਂ ਵਰਤਾਈਆਂ, ਧਰਮ ਸਤਿਗੁਰਾਂ ਜੀ ਨੇ ਸਥਾਪਿਤ ਕੀਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਸਿੱਖਿਆ ਫਕੀਰ ਨੂੰ ਦਿੱਤੀ ਤੇ ਮਹਾਰਾਜ ਦੇ ਚਰਨੀ ਪੈ ਕੇ ਉਹ ਫਕੀਰ ਨਿਹਾਲ ਹੋਇਆ। ਸ੍ਰੀ ਅਨੰਦਪੁਰ ਸਾਹਿਬ ਜਿਹੜਾ ਮਾਖੋ ਦੈਂਤ ਸੀ, ਜਦੋਂ ਮਹਾਰਾਜ ਨੇ ਵਸਾਇਆ, ਇਹ ਜ਼ਿਕਰ ਕਰਕੇ ਫਿਰ ਆਪਾਂ ਸ਼ਬਦ ਦੀ ਕਥਾ ਸੁਣਦੇ ਹਾਂ। ਇਹ ਜ਼ਿਕਰ ਆਉਂਦਾ ਕਿ ਮਹਾਰਾਜ ਬਰਾਜੇ ਸੀਗੇ ਸੱਚੇ ਪਾਤਸ਼ਾਹ, ਤੇ ਚਿਹਰੇ ਤੇ ਚਾਦਰਾ ਲਿਆ ਸੀ ਮਹਾਰਾਜ ਜੀ ਨੇ, ਤੇ ਉਹ ਮਾਖੋ ਦੈਂਤ ਪ੍ਰਗਟ ਹੋ ਗਿਆ ਮਹਾਰਾਜ ਨੂੰ ਡਰਾਉਣ ਲਈ। ਉਹਦੇ ਆਉਣ ਤੋਂ ਪਹਿਲਾਂ ਕਹਿੰਦੇ ਹਵਾ ਹੀ ਸਾਰੀ ਬਦਬੂ ਵਾਲੀ ਹੋ ਗਈ, ਇੰਨਾ ਜਿਹੜਾ ਦੈਂਤ ਜਿਹੜਾ ਸੀ ਉਹ ਅਪਵਿੱਤਰ ਸੀਗਾ, ਤੇ ਬਹੁਤ ਗੰਦਗੀ ਵਾਲੀ ਹਵਾ ਚੱਲੀ। ਫਿਰ ਜਦੋਂ ਆਪਣਾ ਸਰੂਪ ਲੈ ਕੇ ਪ੍ਰਗਟ ਹੋਇਆ ਮਹਾਰਾਜ ਨੂੰ ਡਰਾਉਣ ਲਈ, ਗੁਰੂ ਸਾਹਿਬ ਦੇ ਚਿਹਰੇ ਤੇ ਵਸਤਰ ਸੀਗਾ, ਇਸ ਕਰਕੇ ਸੋਚਦਾ ਕਿ ਮੇਰੇ ਵੱਲ ਅਜੇ ਇਹਨਾਂ ਵੇਖਿਆ ਨਹੀਂ, ਵੇਖਦਿਆਂ ਸਾਰ ਹੀ ਡਰ ਜਾਣਗੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਪਲੰਘੇ ਤੇ ਨਾ ਚਰਨਾਂ ਵਾਲੇ ਪਾਸੇ ਆ ਕਰਕੇ ਇਹ ਖਲੋ ਗਿਆ, ਤੇ ਬੜੀ ਹਨੇਰੀ ਚਲਾਈ, ਬੜਾ ਕੁਛ ਕੀਤਾ, ਪਰ ਮਹਾਰਾਜ ਜੀ ਚਿਹਰੇ ਤੇ ਚਾਦਰਾ ਲਈ ਰੱਖਿਆ। ਤੇ ਗੁਰੂ ਸਾਹਿਬ ਜੀ ਨੂੰ ਡਰਾਉਣ ਦੇ ਮੰਤਵ ਨਾਲ ਕਿ ਚਿਹਰੇ ਤੋਂ ਚਾਦਰਾ ਲਾ ਕੇ ਜਦੋਂ ਮੇਰੇ ਵੱਲ ਵੇਖਣਗੇ ਤੇ ਡਰ ਜਾਣਗੇ। ਜਦੋਂ ਇਹ ਸੰਕਲਪ ਕਰ ਰਿਹਾ ਸੀ ਮਾਖੋ, ਸਤਿਗੁਰਾਂ ਜੀ ਨੇ ਆਪਣੇ ਚਿਹਰੇ ਤੇ ਜਦੋਂ ਲਾਇਆ ਨਾ ਪਰਦਾ, ਚਾਦਰਾ ਲਾਇਆ, ਮਾਖੋ ਦੈਂਤ ਦਹਿਲ ਗਿਆ ਮਹਾਰਾਜ ਵੱਲ ਵੇਖ ਕੇ, ਕੰਬਣ ਲੱਗ ਗਿਆ, ਡਰ ਗਿਆ ਸਤਿਗੁਰੂ ਜੀ ਵੱਲ ਵੇਖ ਕੇ। ਮਹਾਰਾਜ ਕਹਿੰਦੇ ਕੌਣ ਆ ਤੂੰ? ਕਹਿੰਦਾ ਜੀ ਮੈਂ ਜੀ ਦੈਂਤ ਆ, ਇੱਥੇ ਮੇਰਾ ਵਾਸ ਹੈ। ਮਹਾਰਾਜ ਨੂੰ ਹੱਥ ਜੋੜ ਕੇ ਫਿਰ ਕਹਿੰਦਾ ਮਹਾਰਾਜ ਤੁਸੀਂ ਤਾਂ ਸਭ ਨੂੰ ਥਾਂ ਦੇਣ ਵਾਲੇ ਹੋ, ਤੇ ਮਹਾਰਾਜ ਮੈਨੂੰ ਇੱਥੋਂ ਨਾ ਕੱਢੋ। ਸਤਿਗੁਰੂ ਜੀ ਕਹਿੰਦੇ ਭਾਈ ਤੂੰ ਹੁਣ ਹੋਰ ਧਰਤੀ ਵੇਖ ਲੈ, ਇੱਥੇ ਹੀ ਹੁਣ ਜਿਹੜਾ ਹੈ ਉਹ ਆਪਣਾ ਵਾਸ ਕਰ ਦਿੱਤਾ, ਇੱਥੇ ਅਸੀਂ ਆਪਣਾ ਸਥਾਨ ਕਾਇਮ ਕਰ ਦਿੱਤਾ, ਇੱਥੋਂ ਹੁਣ ਤੂੰ ਚਲਿਆ ਜਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਇਸ ਨੂੰ ਇੱਥੋਂ ਜਿਹੜਾ ਸੀ ਤੋੜ ਦਿੱਤਾ। ਮਹਾਰਾਜ ਦੀ ਆਗਿਆ ਮੰਨ ਕੇ ਇਹ ਮਾਖੋ ਦੈਂਤ ਇੱਥੋਂ ਚਲੇ ਗਿਆ। ਫਿਰ ਸਤਿਗੁਰੂ ਜੀ ਨੇ ਚੱਕ ਮਾਤਾ ਨਾਨਕੀ ਜੀ ਨਗਰ ਦਾ ਨਾਮ ਦਿੱਤਾ ਸੱਚੇ ਪਾਤਸ਼ਾਹ ਨੇ, ਜਿਸ ਦਾ ਨਾਮ ਬਾਅਦ ਵਿੱਚ ਫਿਰ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਧਰਿਆ। ਇੱਥੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰਬ ਦੀ ਸੰਗਤ ਦੀ ਇੱਛਾ ਜਾਣ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਚਾਲਾ ਮਾਰਨਗੇ, ਜੋ ਮਹਾਰਾਜ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਨਾ, ਮੁਰ ਪਿਤ ਪੂਰਬ ਕੀ ਅਸ ਪਿਆਨਾ। ਮੇਰੇ ਪਿਤਾ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਆ ਮੇਰੇ ਪਿਤਾ ਜੀ ਕੌਣ? ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ। ਮੇਰੇ ਪਿਤਾ ਜੀ ਨੇ ਪੂਰਬ ਦੀ ਦਿਸ਼ਾ ਨੂੰ ਚਾਲਾ ਮਾਰਿਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਫਿਰ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਰੇ ਵਹੀਰ ਸਮੇਤ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੀ ਚਾਲਾ ਮਾਰਦੇ ਆ, ਤੇ ਥਾਵਾਂ ਥਾਵਾਂ ਤੇ ਮਹਾਰਾਜ ਜੀ ਤੀਰਥਾਂ ਤੇ ਜੀਆਂ ਦਾ ਭਲਾ ਕਰਦੇ, ਨਾਮ ਦਾ ਉਪਦੇਸ਼ ਦਿੰਦੇ। ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਪਟਨਾ ਸਾਹਿਬ ਪਹੁੰਚਦੇ ਆ, ਸਾਰੇ ਜਿਹੜੇ 94 ਅਸਥਾਨ ਹਨ ਉਹਨਾਂ ਦਾ ਆਪਾਂ ਜ਼ਿਕਰ ਕਰਾਂਗੇ, ਇੱਕ ਦੋ ਜਿੰਨੇ ਹੋ ਸਕਣਗੇ, ਤੇ ਥੋੜਾ ਟੂਕ ਮਾਤਰ ਹੀ ਕਰਦੇ ਜਾਵਾਂਗੇ। ਤੇ ਜਿੱਥੇ ਉਹ ਫਿਰ ਲੱਗਿਆ ਤੇ ਫਿਰ ਆਪਾਂ ਜਿਹੜਾ ਹੈ ਮਹਾਰਾਜ ਜੀ ਦੇ ਅਵਤਾਰ ਗੁਰਪੁਰਬ ਦੀ ਜਿਹੜੀ ਕਥਾ ਹੈ ਉਹ ਆਪਾਂ ਸਰਵਣ ਕਰਾਂਗੇ। ਤੇ ਜਿਵੇਂ ਜਿਵੇਂ ਫਿਰ ਆਪਾਂ ਲੜੀਵਾਰ ਕਥਾ 'ਚ ਜੁੜੇ ਰਹੇ, ਉਹ ਸਾਰਾ ਇਤਿਹਾਸ ਜਿਹੜਾ ਹੈ ਫਿਰ ਕਿਤੇ ਨਾ ਕਿਤੇ ਪ੍ਰਮਾਣ ਮਾਤਰ ਆ ਜਾਂਦਾ, ਤੇ ਉਹ ਆਪਾਂ ਨੂੰ ਜ਼ਰੂਰ ਸੁਣਨ ਨੂੰ ਪ੍ਰਾਪਤ ਹੋਊਗਾ, ਕਿਉਂਕਿ ਇਹ ਸਮੁੰਦਰ ਹੈ। ਤੇ ਆਪਾਂ ਜੇ ਕਹੀਏ ਨਾ ਵੀ ਇੱਕ ਹਫ਼ਤੇ 'ਚ ਜਾਂ ਇੱਕ ਮਹੀਨੇ 'ਚ ਹੀ ਸਾਨੂੰ ਆਹ ਸਾਰਾ ਕੁਛ ਪਤਾ ਲੱਗ ਜਾਏ, ਇਸ ਤਰ੍ਹਾਂ ਨਹੀਂ।
ਇਹ ਜਿਵੇਂ ਆਪਾਂ ਵਿਦਿਆਰਥੀ ਪੜ੍ਹਨ ਪਾ ਦਿੰਦੇ ਆ ਨਾ, ਤੇ ਵਿਦਿਆਰਥੀ ਬਣ ਕੇ ਜਦੋਂ ਪੜ੍ਹਦੇ ਜਾਂਦੇ ਆ ਤੇ ਫਿਰ ਦਿਨ ਬਰ ਦਿਨ ਇਉਂ ਹਫ਼ਤਿਆਂ ਤੋਂ ਮਹੀਨੇ, ਮਹੀਨਿਆਂ ਤੋਂ ਸਾਲ ਬਤੀਤ ਹੁੰਦੇ ਆ, ਤੇ ਫਿਰ ਸਮਾਂ ਤਾਂ ਆਪਣੀ ਚਾਲ ਨਾਲ ਚੱਲਦਾ ਜਾ ਰਿਹਾ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ ਨਾ, ਛਿਨ ਛਿਨ ਕਰ ਗਇਓ ਕਾਲ, ਤੈਸੇ ਜਾਤ ਆਜ ਹੈ। ਮਹਾਰਾਜ ਕਹਿੰਦੇ ਜਿਵੇਂ ਤੇਰੇ ਹੱਥੋਂ ਛਿਨ ਛਿਨ ਕਰਕੇ ਕੱਲ ਦਾ ਸਮਾਂ ਲੰਘ ਗਿਆ ਨਾ, ਤਿਵੇਂ ਅੱਜ ਦਾ ਸਮਾਂ ਵੀ ਲੰਘ ਹੀ ਰਿਹਾ ਵਾ। ਇਸ ਕਰਕੇ ਤੂੰ ਇਹਨੂੰ ਸਫਲ ਕਰ ਲੈ ਨਾਮ ਜਪ ਕੇ, ਤੇ ਜਿਵੇਂ ਜਿਵੇਂ ਆਪਾਂ ਜੁੜੇ ਰਵਾਂਗੇ, ਸੰਗਤ ਕਰੀ ਜਾਵਾਂਗੇ, ਸਾਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਸਾਲ ਲੰਘ ਗਿਆ, 2 ਸਾਲ ਲੰਘ ਗਏ। ਗੁਰਬਾਣੀ ਦੀ ਸੁੱਧ ਸੰਥਿਆ ਵੀ ਹੋ ਗਈ, ਅਰਥਾਂ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣ ਲਈ, ਤਾਂ ਕਿੱਡਾ ਵੱਡਾ ਇਹ ਕੁੰਭ ਵਾ। ਇਹ ਬਹੁਤ ਵੱਡਾ ਫਲ ਵਾ। ਇਹ ਫਲ ਕਿਹਾ ਨਹੀਂ ਜਾ ਸਕਦਾ, ਇਹਨੂੰ ਦੱਸਿਆ ਨਹੀਂ ਜਾ ਸਕਦਾ। ਤੋ ਥੋੜੇ ਸਮੇਂ 'ਚ ਨਹੀਂ, ਆਪਾਂ ਨੂੰ ਸਮਾਂ ਲੱਗੂਗਾ, ਪਰ ਜਿਵੇਂ ਜਿਵੇਂ ਪ੍ਰੀਤ ਨਾਲ ਸੁਣਦੇ ਜਾਓਗੇ, ਸੱਚੇ ਪਾਤਸ਼ਾਹ ਮਹਾਰਾਜ ਫਿਰ ਗਿਆਨ 'ਚ ਵਾਧਾ ਕਰਦੇ ਆ। ਕਿਉਂਕਿ ਗਿਆਨ ਦਾ ਪ੍ਰਸਾਦ ਹੈ ਤਾਂ ਉਹ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹੈ, ਹੋਰ ਕਿਤੋਂ ਵੀ ਗਿਆਨ ਨਹੀਂ ਪ੍ਰਾਪਤ ਹੁੰਦਾ। ਜੇ ਮਿਲਦਾ ਵੀ ਹੈ ਕੋਈ ਗਿਆਨ ਤਾਂ ਉਹ ਸੰਪੂਰਨ ਗਿਆਨ ਨਹੀਂ ਹੈ, ਉਸ ਦੇ ਵਿੱਚ ਕਿਤੇ ਨਾ ਕਿਤੇ ਅਧੂਰਾਪਣ ਹੈ। ਤੇ ਜੇ ਇਕੱਲਾ ਗਿਆਨ ਹੀ ਪ੍ਰਾਪਤ ਹੋ ਜਾਵੇ, ਨਾਲ ਪ੍ਰੇਮ ਨਾ ਹੋਵੇ, ਤੇ ਫਿਰ ਉਸ ਗਿਆਨ ਨਾਲ ਜਿਹੜਾ ਹੈ ਉਹ ਪ੍ਰਖਤ ਸੁਭਾਅ ਬਣਿਆ ਰਹਿੰਦਾ ਹੈ, ਤੇ ਗਿਆਨ ਅਰੂੜ ਸੰਪੂਰਨ ਤੌਰ ਤੇ ਬਿਰਤੀ ਨਹੀਂ ਹੁੰਦੀ। ਪ੍ਰੇਮ ਦੇ ਮਾਰਗ ਤੇ ਚੱਲਦੇ ਆ ਸੰਪੂਰਨ ਤੌਰ ਤੇ ਬਿਰਤੀ ਜਿਹੜੀ ਉਹ ਗਿਆਨ ਅਰੂੜ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਆ। ਜਿਹਨੂੰ ਫਿਰ ਇਹ ਸੰਪੂਰਨ ਗਿਆਨ ਹੁੰਦਾ ਨਾ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਉਹ ਫਿਰ ਮਨੁੱਖ ਜਿਹੜਾ ਨਾ ਦੁੱਖ 'ਚ ਦੁੱਖ ਨਹੀਂ ਮੰਨਦਾ। ਜੋ ਨਰ, ਜਿਹੜਾ ਮਨੁੱਖ, ਜਿਹੜਾ ਜੀਵ, ਸਤਿਗੁਰੂ ਜੀ ਕਹਿੰਦੇ ਨੇ ਦੁੱਖ ਮੈਂ ਦੁੱਖ ਨਹੀਂ ਮੰਨਦਾ। ਦੁੱਖ ਆਉਂਦਾ ਹੈ, ਕਹਿੰਦੇ ਦੁੱਖ ਮੰਨੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਜਿਹੜੇ ਵਿਛੋੜੇ ਦਾ ਦੁੱਖ ਹੈ, ਫਿਰ ਭੁੱਖ ਦਾ ਦੁੱਖ ਹੈ, ਇਹ ਬੜੇ ਦੁੱਖ ਮੰਨੇ ਆ। ਪਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਨੂੰ ਭਾਈ ਕੋਈ ਦੁੱਖ ਲੱਗਦਾ ਹੀ ਨਹੀਂ, ਕਿਉਂਕਿ ਉਹ ਮਨ ਕਰਕੇ ਨਹੀਂ ਦੁੱਖ ਮੰਨਦੇ, ਮਨ ਕਰਕੇ ਦੁਖੀ ਨਹੀਂ ਹੁੰਦੇ। ਇਸ ਕਰਕੇ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ। ਉਹ ਤਾਂ ਫਿਰ ਕਹਿੰਦੇ ਬੁਰਾ ਨਹੀਂ ਸਭ ਭਲਾ ਹੀ ਹੈ ਰੇ। ਉਹਨਾਂ ਵਾਸਤੇ ਕੋਈ ਮਾੜਾ ਨਹੀਂ ਤੇ ਕੋਈ ਹੋਰ ਚੰਗਾ ਨਹੀਂ, ਸਭ ਇੱਕ ਹੀ ਆ ਉਹਨਾਂ ਵਾਸਤੇ। ਤਾਂ ਮਹਾਰਾਜ ਕਹਿੰਦੇ ਨਾ ਉਹਨਾਂ ਨੂੰ ਕੋਈ ਸੁੱਖ ਵਾ ਹੋਰ ਪਦਾਰਥ ਦਾ, ਹੋਰ ਕਿਸੇ ਸੰਸਾਰ ਦੇ ਸਵਾਦ ਦਾ, ਕਿਉਂਕਿ ਉਹ ਸਾਰੇ ਹੀ ਇਹ ਨਾਸ਼ਵੰਤ ਚੀਜ਼ਾਂ ਨੂੰ ਤਿਆਗ ਗਏ ਆ। ਸਨੇਹ ਨਹੀਂ ਕਿਸੇ ਨਾਲ ਉਹਨਾਂ ਦਾ। ਇਹ ਨਹੀਂ ਕਿ ਦੁਸ਼ਮਣੀ ਕਰਦੇ ਆ, ਨਹੀਂ, ਉਹਨਾਂ ਨੂੰ ਪਤਾ ਰਹਿਣ ਵਾਲੀ ਚੀਜ਼ ਨਹੀਂ ਕੋਈ, ਇਸ ਕਰਕੇ ਸਨੇਹ ਨਹੀਂ ਲਾਉਂਦੇ, ਪ੍ਰੇਮ ਨਹੀਂ ਲਾਉਂਦੇ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਨਾ, ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ, ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਵਾਹਿਗੁਰੂ ਤੋਂ ਬਿਨਾਂ ਮਹਾਰਾਜ ਕਹਿੰਦੇ ਭਾਈ ਇਸ ਸੰਸਾਰ ਵਿੱਚ ਤਾਂ ਕੁਝ ਵੀ ਸੱਚਾ ਨਹੀਂ, ਤੇ ਫਿਰ ਸਨੇਹ ਕਿਹਦੇ ਨਾਲ ਲਾਉਣ? ਜਿਹੜੀ ਚੀਜ਼ ਨੇ ਰਹਿਣਾ ਹੀ ਨਹੀਂ ਉਹਦੇ ਨਾਲ ਉਹ ਪ੍ਰੇਮ ਨਹੀਂ ਲਾਉਂਦੇ। ਇਹ ਬ੍ਰਹਮ ਗਿਆਨੀ ਦੇ ਲੱਖਣ ਮਹਾਰਾਜ ਜੀ ਨੇ ਕਹੇ ਆ। ਜਿਉ ਸੁਪਨਾ ਔਰ ਪੇਖਣਾ, ਸੁਪਨੇ ਦਾ ਜਿਹੜਾ ਵੇਖਣਾ ਹੁੰਦਾ, ਪੇਖਣਾ ਦਾ ਅਰਥ ਉਹਦਾ ਤਮਾਸ਼ਾ ਹੁੰਦਾ। ਸੁਪਨਾ ਜਿਹੜਾ ਉਹ ਜਦੋਂ ਸੁਪਨਾ ਆ ਰਿਹਾ ਹੁੰਦਾ, ਉਦੋਂ ਨਹੀਂ ਜੀਵ ਨੂੰ ਪਤਾ ਹੁੰਦਾ ਮੈਂ ਸੁਪਨਾ ਲੈ ਰਿਹਾ, ਉਦੋਂ ਉਹਨੇ ਸੁਪਨੇ ਦਾ ਹੀ ਸੰਸਾਰ ਰਚਿਆ ਹੁੰਦਾ ਸਾਰਾ, ਤੇ ਰੋਂਦਾ ਹੱਸਦਾ, ਸਾਰਾ ਕੁਝ ਸੁਪਨੇ 'ਚ ਹੀ ਵੇਖਦਾ, ਤੇ ਸੁਪਨੇ ਦੇ ਵਿੱਚ ਹੀ ਉਹਨੂੰ ਸਾਰੇ ਲਾਭ ਨਫੇ ਤੇ ਨੁਕਸਾਨ ਉੱਥੇ ਹੀ ਹੋ ਰਹੇ ਹੁੰਦੇ ਆ। ਪਰ ਜਦੋਂ ਜਾਗ ਜਾਂਦਾ ਹੈ ਕਿ ਸੁਪਨੇ ਦੇ ਵਿੱਚ ਜਿਹੜੇ ਸਰੀਰ ਰਚ ਕੇ ਪ੍ਰੇਮ ਕਰ ਰਿਹਾ ਸੀ ਜਿਨ੍ਹਾਂ ਨਾਲ, ਉਹਨਾਂ ਨਾਲ ਫਿਰ ਜਾਗਣ ਤੋਂ ਬਾਅਦ ਕੋਈ ਪ੍ਰੇਮ ਰਹਿੰਦਾ ਨਹੀਂ। ਉਹਨੂੰ ਪਤਾ ਹੁੰਦਾ ਸੁਪਨੇ ਦੀ ਚੀਜ਼ ਹੀ ਅਣਹੋਈ ਸੀ, ਛੁੱਟ ਗਈ। ਜਾਗਣ ਤੋਂ ਪਤਾ ਲੱਗਦਾ। ਇਸੇ ਤਰ੍ਹਾਂ ਜਦੋਂ ਗਿਆਨ ਅਵਸਥਾ ਵਿੱਚ ਨਾ ਜਾਗ ਪਈਦਾ, ਜਾਗਣਾ ਨਾਮ ਹੀ ਗਿਆਨ ਦਾ ਜਿਹੜਾ ਹੈ। ਇਹ ਅਗਿਆਨ ਦੀ ਨੀਂਦ ਵਿੱਚ ਸੰਸਾਰ ਸੁੱਤਾ ਪਿਆ। ਅਗਿਆਨ ਲਾਏ ਸਵਾਲਿਆ, ਗੁਰ ਗਿਆਨੈ ਲਾਏ ਜਗਾਵੈ ਗੋ। ਗੁਰੂ ਸਾਹਿਬ ਜੀ ਗਿਆਨ ਦਾ ਪ੍ਰਸਾਦ ਦੇ ਕੇ ਜਗਾਉਂਦੇ ਆ ਸੁੱਤੇ ਪਏ ਨੂੰ। ਜਨਮ ਜਨਮ ਕੀ ਸੋਈ ਜਾਗੀ, ਜਨਮਾਂ ਜਨਮਾਂਤਰਾਂ ਦੀ ਬਿਰਤੀ ਸੁੱਤੀ ਪਈ ਹੈ, ਤੇ ਜਾਗਦੀ ਕਦੋਂ ਹੈ?
ਜਦੋਂ ਗੁਰੂ ਸਾਹਿਬ ਕਿਰਪਾ ਕਰਕੇ ਨਾਮ ਦਾ ਪ੍ਰਸਾਦ ਦਿੰਦੇ ਆ, ਨਾਮ ਦੀ ਬਖਸ਼ਿਸ਼ ਕਰਦੇ ਆ, ਉਦੋਂ ਫਿਰ ਜਨਮਾਂ ਜਨਮਾਂਤਰਾਂ ਦੀ ਸੁੱਤੀ ਬਿਰਤੀ ਜਿਹੜੀ ਆ ਨਾ ਉਹ ਜਾਗ ਪੈਂਦੀ ਹੈ। ਤੇ ਜਦੋਂ ਜਾਗ ਪੈਂਦਾ ਮਨ, ਉਦੋਂ ਕੀ ਪ੍ਰਾਪਤ ਹੁੰਦਾ? ਫਿਰ ਜਿਵੇਂ ਸੁਪਨੇ ਦੀਆਂ ਚੀਜ਼ਾਂ ਛੁੱਟ ਜਾਂਦੀਆਂ ਨਾ ਜਾਗਣ ਤੋਂ ਬਾਅਦ, ਪਤਾ ਲੱਗ ਜਾਂਦਾ ਅਣਹੋਈਆਂ ਹੀ, ਇਸੇ ਤਰ੍ਹਾਂ ਇਸ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਪਤਾ ਲੱਗ ਜਾਂਦੀਆਂ ਅਣਹੋਈਆਂ ਵਾ। ਫਿਰ ਸਰੀਰਾਂ ਦਾ ਮੋਹ ਨਹੀਂ ਰਹਿੰਦਾ, ਸਨੇਹ ਨਹੀਂ ਰਹਿੰਦਾ ਕਿਸੇ ਨਾਲ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਇਕੱਲੇ ਆਏ ਸੰਸਾਰ 'ਚ, ਇਕੱਲੇ ਹੀ ਜਾਣਾ, ਕਿਸੇ ਨੇ ਨਾਲ ਨਿਭਣਾ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਸੁੱਖ ਸਨੇਹੋ ਔਰ ਭੈ ਨਹੀਂ ਜਾਗੈ। ਉਹਨਾਂ ਅੰਦਰ ਇਹ ਚੀਜ਼ਾਂ ਨਹੀਂ ਹੁੰਦੀਆਂ, ਨਾ ਸੁੱਖ ਹੁੰਦਾ ਹੈ ਨਾਸ਼ਵੰਤ ਪਦਾਰਥਾਂ ਦਾ, ਸਵਾਦਾਂ ਦਾ, ਨਾ ਸਰੀਰਾਂ ਦੇ ਨਾਲ ਸਨੇਹ ਹੈ ਕਿਸੇ ਪ੍ਰਕਾਰ, ਹਰੇ ਭੈ ਵੀ ਨਹੀਂ। ਭੈ ਤਾਂ ਸਰੀਰ ਦੇ ਮਰਨ ਕਰਕੇ ਜਦੋਂ ਸਮਝਦਾ ਮੇਰੀ ਮੌਤ ਹੋ ਜਾਏਗੀ ਤਾਂ ਹੀ ਡਰਦਾ ਨਾ। ਤੇ ਜਦੋਂ ਆਪਣੇ ਆਤਮਿਕ ਸਰੂਪ ਨੂੰ ਪਹਿਚਾਣ ਲੈਂਦਾ ਹੈ ਤੇ ਉਸ ਸਰੂਪ ਨੂੰ ਨਾ ਅੱਗ ਸਾੜ ਸਕਦੀ ਹੈ, ਨਾ ਪਾਣੀ ਡੋਬ ਸਕਦਾ ਹੈ, ਤੇ ਫਿਰ ਮਰਨ ਦਾ ਭੈ ਕੀ ਹੋਣਾ? ਕਬੀਰ ਸਾਹਿਬ ਜੀ ਨੂੰ ਕਿਸੇ ਨੇ ਕਿਹਾ, ਕਬੀਰ ਜੀ ਤੁਹਾਨੂੰ ਡਰ ਨਹੀਂ ਲੱਗਦਾ ਮਰਨ ਤੋਂ? ਕਬੀਰ ਜੀ ਕਹਿੰਦੇ ਮੈਂ ਨਾ ਮਰੋ ਮਰਬੋ ਸੰਸਾਰਾ। ਕਬੀਰ ਜੀ ਕਹਿੰਦੇ ਮੈਂ ਮਰਨਾ ਨਹੀਂ, ਸਾਰੇ ਸੰਸਾਰ ਨੇ ਮਰ ਜਾਣਾ। ਕਹਿੰਦੇ ਕਬੀਰ ਜੀ ਤੂੰ ਕਿਉਂ ਨਹੀਂ ਮਰਨਾ? ਕਹਿੰਦੇ ਅਬ ਮੋਹਿ ਮਿਲਿਓ ਹੈ ਜੀਵਨ ਹਾਰਾ। ਕਹਿੰਦੇ ਮੈਨੂੰ ਉਹ ਮਿਲ ਪਿਆ ਜਿਹੜਾ ਸਾਰਿਆਂ ਨੂੰ ਜੀਵਨ ਦਾਨ ਦਿੰਦਾ ਹੈ, ਇਸ ਕਰਕੇ ਕਹਿੰਦੇ ਮੈਂ ਨਾ ਮਰੋ ਮਰਬੋ ਸੰਸਾਰਾ। ਕਬੀਰ ਜੀ ਕਹਿੰਦੇ ਮੈਂ ਨਹੀਂ ਮਰਨਾ, ਬਾਕੀ ਸਾਰਾ ਸੰਸਾਰ ਮਰੇਗਾ। ਜਿਹੜਾ ਆਪਣੇ ਆਪ ਨੂੰ ਦੇਹ ਸਮਝ ਰਿਹਾ ਹੈ, ਤੇ ਦੇਹ ਜੇ ਜਨਮ ਲਿਆ ਦੇਹ ਨੇ, ਤੇ ਦੇਹ ਨੇ ਮਰਨਾ ਵੀ ਇੱਕ ਦਿਨ, ਦੇਹ ਨੇ ਖਤਮ ਵੀ ਹੋਣਾ ਇੱਕ ਦਿਨ। ਤੇ ਦੇਹ ਦੇ ਜੰਮਣ ਤੇ ਮਰਨ ਨੂੰ ਜੀਵ ਦਾ ਜੰਮਣ ਤੇ ਮਰਨ ਨਹੀਂ ਕਿਹਾ ਜਾ ਸਕਦਾ। ਜਿਹੜਾ ਜੀਵ ਹੈ ਨਾ ਅੰਦਰ ਸਾਡੇ ਆਤਮਾ, ਉਹਦਾ ਆਤਮਾ ਦਾ ਜਨਮ ਨਹੀਂ, ਆਤਮਾ ਦਾ ਮਰਨ ਨਹੀਂ। ਪਰ ਆਪਣੇ ਆਤਮਿਕ ਸਰੂਪ ਨੂੰ ਪਹਿਚਾਣਿਆ ਕਿਵੇਂ ਜਾ ਸਕਦਾ? ਗੁਰੂ ਜੀ ਦੇ ਸ਼ਬਦ ਦੀ ਕਮਾਈ ਕਰਕੇ, ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ। ਜਦੋਂ ਦੇਹ ਦੇ ਆਸ ਛੁੱਟ ਜਾਂਦਾ ਹੈ ਨਾ, ਤੇ ਫਿਰ ਭੈ ਕਾਹਦਾ ਹੋਣਾ? ਜਿੱਦਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਡਰ ਦਿੰਦਾ ਸੀ ਨਾ ਨਰੰਗਾ, ਕਿ ਮੈਂ ਕਿਸੇ ਪ੍ਰਕਾਰ ਦੀ ਵੀ ਜਿਹੜੀ ਹੈ ਬਹੁਤ ਭੈੜੀ ਤੋਂ ਭੈੜੀ ਮੌਤ ਵੀ ਸਜ਼ਾ ਦੇ ਸਕਦਾ, ਤੇ ਮਹਾਰਾਜ ਜੀ ਹੱਸਦੇ ਸੀ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਨਰੰਗਿਆ ਤੂੰ ਸਾਨੂੰ ਮਾਰ ਨਹੀਂ ਸਕਦਾ, ਕਿਉਂਕਿ ਮਹਾਰਾਜ ਨੂੰ ਮਾਰ ਹੀ ਨਹੀਂ ਸਕਦਾ ਨਰੰਗਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਤਾਂ ਸਦਾ ਹੀ ਰਹਿਣ ਵਾਲਾ ਸਰੂਪ ਨੇ, ਜੰਮਣ ਮਰਨ ਤੋਂ ਬਾਹਰੇ ਆ ਸੱਚੇ ਪਾਤਸ਼ਾਹ ਮਹਾਰਾਜ। ਗੁਰੂ ਸਾਹਿਬ ਜੀ ਕਹਿੰਦੇ ਆ ਕਿ ਸਾਡੇ ਸਰੂਪ ਨੂੰ ਤੂੰ ਕੱਟ ਨਹੀਂ ਸਕਦਾ, ਛੇਦ ਨਹੀਂ ਸਕਦਾ, ਅੱਗ ਨਹੀਂ ਲਾ ਸਕਦਾ, ਕੀ ਸਜ਼ਾ ਦੇ ਲੇਗਾ ਸਾਨੂੰ? ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਿਹੜੇ ਸਿੱਖ ਵੀ ਨਾਮ ਦੀ ਕਮਾਈ ਕਰਦੇ ਆ ਨਾ, ਉਹ ਇਸੇ ਹੀ ਅਵਸਥਾ ਨੂੰ ਪਹੁੰਚ ਜਾਂਦੇ ਆ, ਉਹਨਾਂ ਨੂੰ ਫਿਰ ਭੈ ਨਹੀਂ ਰਹਿੰਦਾ। ਭੈ ਤਾਂ ਹੋਵੇ ਨਾ ਕਿ ਜੇ ਸਰੀਰ ਨੂੰ ਆਪਣਾ ਆਪ ਮੰਨਦੇ ਹੋਣ। ਉਹਨਾਂ ਨੂੰ ਪਤਾ ਹੈ ਇਹ ਘੜਾ ਸਾਜਿਆ ਸੀ ਸਰੀਰ ਰੂਪ ਪਰਮੇਸ਼ਰ ਨੇ, ਤੇ ਇੱਕ ਦਿਨ ਵਿੰਸ ਜਾਣਾ। ਤੇ ਜੇ ਧਰਮ ਦੀ ਰਾਖੀ ਕਰਦੇ ਆ, ਧਰਮ ਦੇ ਲੇਖੇ ਇਹ ਸਰੀਰ ਲੱਗ ਜੇ, ਤੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਸਭ ਤੋਂ ਉੱਤਮ ਮੌਤ ਮੰਨੀ ਜਾਂਦੀ ਹੈ, ਸਭ ਤੋਂ ਵਧੀਆ ਮੌਤ ਮੰਨੀ ਜਾਂਦੀ ਹੈ। ਮਰ ਤਾਂ ਸਭ ਨੇ ਜਾਣਾ ਇੱਕ ਦਿਨ, ਰਹਿਣਾ ਨਹੀਂ ਕਿਸੇ ਨੇ। ਇਸ ਕਰਕੇ ਉਹਨਾਂ ਨੂੰ ਭੈ ਨਹੀਂ ਹੁੰਦਾ, ਡਰ ਨਹੀਂ ਹੁੰਦਾ। ਤੇ ਫਿਰ ਕੰਚਨ ਮਾਟੀ ਮਨ ਹੈ, ਮਾਇਆ ਦੇ ਸੌਦੇ ਕਰਕੇ ਉਹ ਕਿਸੇ ਪ੍ਰਕਾਰ ਕੌਮ ਦਾ ਨੁਕਸਾਨ ਨਹੀਂ ਕਰ ਸਕਦੇ। ਫਿਰ ਬ੍ਰਹਮ ਗਿਆਨੀ ਜਿਹੜੇ ਸੋਨੇ ਨੂੰ ਮਿੱਟੀ ਮੰਨਦੇ ਆ, ਹਾਂਜੀ, ਨਹੀਂ ਤੇ ਇੱਥੇ ਹਰੇਕ ਦਾ ਹੀ ਸੌਦਾ ਕਰ ਦਿੰਦੇ ਆ। ਕੋਈ ਕਿਸੇ ਪ੍ਰਕਾਰ ਪਹਿਲਾਂ ਪੰਥ ਲਈ ਮੋਰਚਾ ਲਾਉਂਦਾ, ਸਰਕਾਰ ਉਹਨੂੰ ਸੌਦਾ ਲਾ ਕੇ ਤੇ ਖਰੀਦ ਕੇ ਤੇ ਫੇਲ ਕਰ ਦਿੰਦੀ ਹੈ, ਕਿਉਂਕਿ ਅੰਦਰ ਗਿਆਨ ਦੀ ਅਵਸਥਾ ਨਹੀਂ ਨਾ ਹੈਗੀ। ਆਪਣੀਆਂ ਕੋਠੀਆਂ ਪਾ ਲਈਆਂ, ਪਰਿਵਾਰਾਂ ਵਾਸਤੇ ਜਾਇਦਾਦਾਂ ਬਣਾ ਲਈਆਂ, ਤੇ ਮਰਨ ਲੱਗਿਆਂ ਕੁਛ ਵੀ ਨਹੀਂ ਗਿਆ ਨਾਲ। ਉੱਤੇ ਫਿਰ ਜਿਹੜਾ ਹੈ ਉਹ ਮੁੱਖ ਜਿਹੜਾ ਉਹ ਉਜਲਾ ਨਹੀਂ ਹੁੰਦਾ। ਫਿਰ ਪਾਪਾਂ ਦੇ ਦਾਗ ਤੇ ਪੰਥ ਦੇ ਨਾਲ ਕੀਤੀ ਗਦਾਰੀ ਦੇ ਦਾਗ, ਉਹ ਫਿਰ ਜਾਂਦੇ ਮੂੰਹ ਤੇ ਲੱਗ ਕੇ। ਦਾਗ ਦੋਸ ਮੁਖ ਚੱਲਿਆ ਲਾਏ, ਹਾਂਜੀ, ਦਰਗਹ ਬੈਸਣ ਨਾਹੀਂ ਜਾਏ। ਫਿਰ ਦਰਗਾਹ ਦੇ ਅੰਦਰ ਕਿੱਥੋਂ ਬੈਠਣਾ ਮਿਲਣਾ, ਫਿਰ ਉੱਥੇ ਕੁੱਟ ਪੈਂਦੀ ਹੈ। ਤੇ ਜਿਹੜਾ ਮਹਾਂਪੁਰਸ਼ ਸੋਨੇ ਨੇ ਤਾਂ ਮਿੱਟੀ ਨੂੰ ਬਰਾਬਰ ਮੰਨਦਾ, ਇਹ ਬਚਨ ਕਹੇ ਜਾਂਦੇ ਆ
ਕਿ श्रीमान संत बाबा जरनैल सिंह जी खालसा पिंडरां वालियां नूं खरीदण वास्ते हरेक तर੍ਹਾਂ ਦੀ ਕੀਮਤ ਲਾ ਦਿੱਤੀ ਸੀ ਸਰਕਾਰ ਨੇ, ਪਰ ਉਹਨਾਂ ਨੂੰ ਖਰੀਦਿਆ ਜਾ ਸਕਦਾ ਸੀ? ਜਿਹੜੇ ਸੋਨੇ ਨੂੰ ਮਿੱਟੀ ਮੰਨਦੇ ਸੀ ਤੇ ਉਹਨਾਂ ਨੂੰ ਕੋਈ ਕੀ ਖਰੀਦ ਸਕਦਾ ਸੀਗਾ? ਜਿਵੇਂ ਵਾਹਿਗੁਰੂ ਦਾ ਨਾਮ ਅਮੋਲਕ ਹੁੰਦਾ ਨਾ, ਤੇ ਜਿਹੜੇ ਨਾਮ ਨਾਲ ਜੁੜ ਜਾਂਦੇ ਆ ਉਹ ਵੀ ਅਮੋਲਕ ਹੀ ਹੋ ਜਾਂਦੇ, ਉਹਨਾਂ ਨੂੰ ਉਹਦਾ ਵੀ ਮੁੱਲ ਨਹੀਂ ਤਾਰਿਆ ਜਾ ਸਕਦਾ। ਕੋਈ ਭਾਵੇਂ ਭੁਲੇਖੇ ਨਾਲ ਕਈ ਯਤਨ ਤਾਂ ਕਰਨ ਲੱਗ ਜਾਂਦੇ ਆ। ਇਸੇ ਕਰਕੇ ਮਹਾਰਾਜ ਨੇ ਫਿਰ ਜਪਜੀ ਸਾਹਿਬ ਚ ਪੰਕਤੀਆਂ ਕਹੀਆਂ ਨਾ, ਅਮੁੱਲ ਗੁਣ ਅਮੁੱਲ ਵਪਾਰ। ਵਾਹਿਗੁਰੂ ਜੀ ਦੇ ਨਾਮ ਵਿੱਚ ਜਿਹੜੇ ਗੁਣ ਹਨ ਨਾ, ਉਹ ਵੀ ਅਮੋਲਕ ਹੀ ਹਨ। ਤੇ ਜਿਹੜਾ ਨਾਮ ਦਾ ਆਦਾਨ ਪ੍ਰਦਾਨ ਕਰਨਾ, ਕਥਾ ਕੀਰਤਨ ਕਰਨਾ, ਸੁਣਨਾ, ਸ਼ੁਭ ਸਿੱਖਿਆ ਦ੍ਰਿੜਾਉਣੀ, ਕਮਾਉਣੀ, ਇਹ ਸਾਰਾ ਅਮੋਲਕ ਹੀ ਹੈ। ਸੌਦਾ ਸਾਰਾ ਮੁੱਲ ਨਹੀਂ ਮਿਲ ਸਕਦਾ ਕਿਸੇ ਤਰੀਕੇ ਦੇ ਨਾਲ, ਨਾ ਹੀ ਇਹਦਾ ਮੁੱਲ ਤਾਰਿਆ ਜਾ ਸਕਦਾ ਹੈ। ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਐਸੀ ਅਵਸਥਾ ਦਾ ਪੁਰਖ, ਉਹਨੂੰ ਖਰੀਦਿਆ ਨਹੀਂ ਜਾ ਸਕਦਾ। ਕੋਈ ਉਹਦਾ ਦਾ ਜਿਹੜਾ ਨਾ ਉਹ ਨਹੀਂ ਲਾ ਸਕਦਾ। ਦਾਓ ਜਿੱਦਾਂ ਲਾਉਣਾ ਹੁੰਦਾ, ਮੁੱਲ ਲਾਉਣਾ ਹੁੰਦਾ, ਉਹ ਕਿਉਂਕਿ ਅਮੁੱਲਕ ਵਾ, ਉਹ ਮੁੱਲ ਉਹਨੂੰ ਖਰੀਦਿਆ ਹੀ ਨਹੀਂ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਭਾਈ ਪੁਰਖ ਨੂੰ ਬ੍ਰਹਮ ਗਿਆਨੀ ਕਹਿੰਦੇ ਆ। ਫਿਰ ਮਹਾਰਾਜ ਜੀ ਕਹਿੰਦੇ ਨਹਿ ਨਿੰਦਿਆ ਨਹਿ ਉਸਤਤ ਜਾ ਕੇ। ਇਹ ਰਹਾਓ ਤੋਂ ਅੱਗੇ ਚੱਲੀ ਹੁਣ ਪੰਕਤੀ, ਆਪਾਂ ਰਹਾਓ ਤੱਕ ਕੱਲ ਵੀ ਸਰਵਣ ਕੀਤਾ ਸੀਗਾ। ਤੇ ਸਤਿਗੁਰੂ ਜੀ ਗਰੀਬ ਨਵਾਜ ਕਹਿੰਦੇ ਆ ਭਈ ਉਹ ਉਸ ਪੁਰਖ ਦੇ ਹੋਰ ਲੱਛਣ ਹੁੰਦੇ ਆ ਜਿਹੜਾ ਬ੍ਰਹਮ ਗਿਆਨੀ ਹੋਵੇ। ਨਹਿ ਨਿੰਦਿਆ, ਜੇ ਕੋਈ ਉਹਨਾਂ ਦੀ ਨਿੰਦਾ ਕਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਫਿਰ ਬੇਇੱਜ਼ਤੀ ਹੋ ਜਾਂਦੀ ਹੋਊਗੀ। ਮਹਾਰਾਜ ਕਹਿੰਦੇ ਭਾਈ ਤਿਰਸਕਾਰ ਨਹਿ ਭਵੰਤ ਮਾਨ ਭੰਗਣਾ। ਉਹਨਾਂ ਦਾ ਤਿਰਸਕਾਰ ਨਹੀਂ ਹੁੰਦਾ, ਉਹਨਾਂ ਦੀ ਤੇ ਜੈ ਜੈਕਾਰ ਹੁੰਦੀ ਹੈ। ਪਰ ਉਹ ਆਪ ਦੀ ਨਿੰਦਾ ਸੁਣ ਕੇ ਡਰਦੇ ਨਹੀਂ, ਘਬਰਾਉਂਦੇ ਨਹੀਂ, ਨਿੰਦਕ ਨੂੰ ਸਗੋਂ ਪ੍ਰੇਮ ਕਰਦੇ ਆ। ਜਿੱਦਾਂ ਭਗਤ ਕਬੀਰ ਸਾਹਿਬ ਦਾ ਸ਼ਬਦ ਨਹੀਂ ਆਉਂਦਾ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ, ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਕਬੀਰ ਜੀ ਨੇ ਕਿੰਨਾ ਵਡਿਆ ਨਿੰਦਕ ਨੂੰ। ਕਹਿੰਦੇ ਨਿੰਦਕ ਤੇ ਮੈਂ ਬਹੁਤ, ਮੈਨੂੰ ਚੰਗਾ ਲੱਗਦਾ ਜਿਹੜੇ ਮੇਰੀ ਨਿੰਦਾ ਕਰੇ। ਤੇ ਇਹ ਬ੍ਰਹਮ ਬੇਤੇ ਦੀ ਅਵਸਥਾ ਹੈ, ਕਬੀਰ ਜੀ ਦੀ ਅਵਸਥਾ ਹੈ। ਤੇ ਜਿਹੜਾ ਸਾਡੀ ਨਿੰਦਾ ਕਰੇ ਉਹ ਸਾਨੂੰ ਕਿੱਦਾਂ ਦਾ ਲੱਗਦਾ? ਅਸੀਂ ਕਹਿੰਦੇ ਵੀ ਇਹ ਜਾਂ ਰੱਬਾ ਮਾਰੀ ਜਾਵੇ ਕਿਤੇ ਚੰਗਾ। ਤੇ ਇਹ ਬਹੁਤ ਜ਼ਿਆਦਾ ਇਹਦਾ ਨੁਕਸਾਨ ਹੋ ਜੇ, ਇਹਨੂੰ ਮੈਂ ਮਾਰ ਹੀ ਦੇਵਾਂ ਆਪਣੇ ਹੱਥੀਂ। ਤੇ ਕਿੰਨਾ ਮਤਲਬ ਵੀ ਇਹੋ ਹੀ ਝਗੜੇ ਆ ਸੰਸਾਰ 'ਚ। ਲੋਕ ਇੱਕ ਦੂਸਰੇ ਨਾਲ ਕਹਿੰਦੇ ਆ, ਕੋਈ ਕਿਸੇ ਦੀ ਨਿੰਦਾ ਕਰਦਾ, ਉਹ ਸੁਣ ਕੇ ਬਰਦਾਸ਼ਤ ਨਹੀਂ ਕਰਦਾ, ਉਹ ਝਗੜਾ ਹੋ ਜਾਂਦਾ। ਤੇ ਰੱਬ ਦੇ ਪਿਆਰੇ ਦੀ ਜੇ ਕੋਈ ਨਿੰਦਾ ਕਰੇ, ਹਾਂ ਇਹ ਵਾਹਿਗੁਰੂ ਦਾ ਅਸੂਲ ਆ ਬਣਾਇਆ, ਨਿੰਦਕ ਦੇ ਪੱਲੇ ਰਹਿੰਦਾ ਕੱਖ ਨਹੀਂ। ਨਿੰਦਕ ਕੋ ਦਈ ਛੋੜੈ ਨਾ, ਇਹ ਦਈ ਜੋ ਪ੍ਰੇਰਕ ਪਰਮੇਸ਼ਰ ਆ, ਉਹ ਨਿੰਦਕ ਨੂੰ ਨਹੀਂ ਛੱਡਦਾ। ਫਿਰ ਆਪ ਹੀ ਵਾਹਿਗੁਰੂ ਨਿੰਦਕ ਨੂੰ ਨਾਸ਼ ਕਰ ਦਿੰਦੇ। ਨਿੰਦਕ ਕੈ ਸਿਰ ਕੜਕੇ ਔਕਾਰ। ਫਿਰ ਮਹਾਰਾਜ ਜੀ ਨੇ ਆਖਿਆ, ਔਖਦ ਸਭੇ ਕੀਤੀਆਂ ਨਿੰਦਕ ਕਾ ਦਾਰੂ ਨਾ ਹੈ। ਬ੍ਰਹਮਾ ਨੇ ਸਾਰੀਆਂ ਦਵਾਈਆਂ ਬਣਾਈਆਂ, ਪਰ ਇੱਕ ਨਿੰਦਕ ਦੀ ਦਵਾਈ ਨਹੀਂ ਬਣਾਈ। ਸੰਤ ਦਾ ਨਿੰਦਾ ਕਰਨ ਵਾਲਾ, ਮਹਾਂਪੁਰਸ਼ ਦੀ ਨਿੰਦਾ ਕਰਨ ਵਾਲਾ, ਗੁਰਮੁਖਾਂ ਦੀ ਨਿੰਦਾ ਕਰਨ ਵਾਲਾ, ਸਾਰੇ ਸੰਸਾਰ ਦੇ ਵਿੱਚ ਹੋਰ ਰੋਗਾਂ ਦੀਆਂ ਦਵਾਈਆਂ, ਪਰ ਨਿੰਦਕ ਕਾ ਔਖਦ ਨਾ ਹੈ, ਉਹਦੀ ਔਸ਼ਧੀ ਹੈ ਨਹੀਂ। ਤੇ ਜੇ ਮਹਾਰਾਜ ਨੂੰ ਇਹ ਨਿੰਦਾ, ਉਹ ਜਿਨ੍ਹਾਂ ਦੀ ਨਿੰਦਾ ਕਰਦਾ ਨਾ, ਉਹਨਾਂ ਦੇ ਹੱਥ 'ਚ ਦਵਾਈ ਰੱਖੀ ਹੈ। ਨਾਨਕ ਸੰਤ ਭਾਵੈ ਤਾਂ ਉਹ ਭੀਗਤ ਪਾਹੇ, ਮਹਾਰਾਜ ਨੇ ਵਾਕ ਕਹੇ। ਸੰਤਾਂ ਨੂੰ ਭਾਜੇ ਨਾ, ਫਿਰ ਆਖੇ ਵੀ ਚਲੋ ਬਖਸ਼ੀ ਦਈਏ, ਤੇ ਉਹ ਬਖਸ਼ ਦੇਣ ਤੇ ਬਖਸ਼ ਦੇਣ ਜਿਨ੍ਹਾਂ ਦੀ ਨਿੰਦਾ ਕੀਤੀ ਹੈ, ਨਹੀਂ ਤੇ ਨਿੰਦਕ ਦੀ ਕੋਈ ਦਵਾਈ ਨਹੀਂ ਹੈਗੀ। ਇਸ ਕਰਕੇ ਮਹਾਰਾਜ ਨੇ ਸ਼ਬਦ ਕਹੇ ਆ ਕਿ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਇਹ ਵੀ ਬਚਨ ਕਹੇ ਆ। ਫਿਰ ਕਿਹਾ ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ, ਘੋਰ ਨਰਕਾਂ 'ਚ ਪੈਂਦੇ ਆ। ਪਰ ਜਿਹਦੀ ਨਿੰਦਾ ਕਰਦੇ ਆ, ਜਿਹੜਾ ਬ੍ਰਹਮ ਬੇਤਾ, ਉਹਨੂੰ ਕੋਈ ਖੋਭ ਨਹੀਂ ਹੁੰਦਾ, ਦੁੱਖ ਨਹੀਂ ਹੁੰਦਾ। ਉਹ ਕਿਸੇ ਪ੍ਰਕਾਰ ਵੀ ਮਨ 'ਚ ਰੰਜਿਸ਼ ਨਹੀਂ ਕਰਦਾ, ਕਿਉਂਕਿ ਉਹਨੂੰ ਨਿੰਦਿਆ ਤਾਂ ਕੋਈ ਅਸਰ ਹੀ ਨਹੀਂ। ਸਗੋਂ ਕਬੀਰ ਜੀ ਵਾਂਗੂ ਉਹ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਤੇ ਮੇਰੀ ਕਰੋ ਨਿੰਦਾ ਜਿੰਨੀ ਤੁਸੀਂ ਲੋਕੋ ਕਰ ਸਕਦੇ। ਫਿਰ ਕਹਿੰਦੇ ਆ ਕਬੀਰ ਜੀ ਨੂੰ ਕਿਹਾ ਕਿ ਕਬੀਰ ਜੀ ਅੱਗੇ ਹੀ ਭਗਤਾਂ ਦੀ ਨਿੰਦਾ ਤੇ ਬੜੇ ਲੋਕ ਨਿੰਦਕ ਨਿੰਦਾ ਕਰਦੇ, ਤੁਸੀਂ ਸਗੋਂ ਹੋਰ ਵਡਿਆਈ ਜਾਂਦੇ ਆ ਨਿੰਦਕ ਨੂੰ, ਤੇ ਫਿਰ ਹੋਰ ਨਿੰਦਾ ਕਰਨਗੇ।
फिर कबीर जी ने शब्द दे अखीर च कहा, जन कबीर को निंदा सार, निंदक डूबा हम उतरे पार। ਜਿਹੜਾ ਨਿੰਦਾ ਕਰਦਾ ਨਾ ਉਹਦੇ ਸਿਰ ਤੇ ਸਾਰੇ ਭਾਰ ਚੜ ਜਾਂਦੇ ਆ ਕੇ, ਉਹ ਫਿਰ ਡੁੱਬਦਾ, ਤੇ ਜਿਹਦੀ ਨਿੰਦਾ ਕੀਤੀ ਉਹਦੇ ਭਾਰ ਲੱਥਦੇ ਆ ਸਾਰੇ, ਉਹ ਫਿਰ ਤਰ ਜਾਂਦਾ ਸੰਸਾਰ ਤੋਂ। ਇਸ ਕਰਕੇ ਰੱਬ ਦੇ ਪਿਆਰੇ ਨਹਿ ਨਿੰਦਿਆ, ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਕੋਈ ਨਿੰਦਿਆ ਕਰੇ ਤਾਂ ਉਹ ਘਬਰਾਉਂਦੇ ਨਹੀਂ, ਡਰਦੇ ਨਹੀਂ। ਨਹਿ ਨਿੰਦਿਆ, ਨਾ ਹੀ ਉਹ ਆਪ ਕਿਸੇ ਦੀ ਨਿੰਦਿਆ ਕਰਦੇ ਆ, ਨਹਿ ਉਸਤਤ ਜਾ ਕੇ, ਨਾ ਹੀ ਉਹ ਕਿਸੇ ਪ੍ਰਕਾਰ ਕਿਸੇ ਦੀ ਝੂਠੀ ਉਸਤਤ ਕਰਦੇ ਆ। ਤੇ ਜੇ ਕੋਈ ਉਹਨਾਂ ਦੀ ਕਰੇ ਖੁਸ਼ਾਮਦ ਤੇ ਝੂਠੀ ਉਸਤਤ ਖੁਸ਼ਾਮਦ ਦੇ ਅੰਦਰ ਫਸਦੇ ਨਹੀਂ। ਚਾਹੇ ਸੱਚੀ ਵੀ ਕੋਈ ਉਹਨਾਂ ਦੀ ਉਸਤਤ ਕਰਦਾ ਨਾ, ਤਾਂ ਜੇ ਕੋਈ ਸਾਡੀ ਉਸਤਤ ਕਰੇ, ਭਾਵੇਂ ਸੱਚੀ ਕਰੇ ਤੇ ਭਾਵੇਂ ਕਰੇ ਝੂਠੀ, ਅਸੀਂ ਉਹਦੇ ਨਾਲ ਪਿਆਰ ਬੜਾ ਕਰਦੇ। ਤੇ ਝੂਠੀ ਉਸਤਤ ਕਰਨ ਨਾਲ ਵੀ ਜਿਹੜਾ ਉਹ ਅੰਦਰੋਂ ਮਿੱਤਰ ਨਹੀਂ ਹੁੰਦਾ, ਉਹ ਦੁਸ਼ਮਣ ਹੁੰਦਾ। ਸੱਚੀ ਉਸਤਤ ਵੀ ਜਿਹੜਾ ਕਰਦਾ ਵਾ, ਤੇ ਭਾਵੇਂ ਕਿ ਪਿਆਰ ਵਿੱਚ ਆ ਕਰਕੇ ਜਿਹੜੇ ਕਰਦੇ ਆ ਸੱਚੀ ਉਸਤਤ, ਪਰ ਅੰਦਰ ਪਿਆਰ ਦੇ ਨਾਲ ਜਿਹੜਾ ਨਾ ਉਹ ਸਤਿਕਾਰ ਰੱਖਣਾ ਚਾਹੀਦਾ। ਜੇ ਆਪਾਂ ਮੁੱਖ ਤੇ ਬਹੁਤ ਜ਼ਿਆਦਾ ਉਸਤਤ ਕਰੀਏ ਤੇ ਉਹਦੇ ਨਾਲ ਕੀ ਆ ਕਿ ਉਹਨੂੰ ਲਾਭ ਨਹੀਂ ਹੁੰਦਾ, ਉਹ ਸਗੋਂ ਜਿਹਦੀ ਉਸਤਤ ਹੁੰਦੀ ਹੈ ਜੇ ਆਪਣੀ ਉਸਤਤ 'ਚ ਫਸ ਜਾਵੇ ਤੇ ਉਹਦਾ ਨੁਕਸਾਨ ਹੋ ਜਾਂਦਾ ਸਗੋਂ। ਕਿਉਂਕਿ ਪਰਲੋਕ ਵਿੱਚ ਨਾ ਉਸਤਤ ਦਾ, ਇੱਥੇ ਹੋਈ ਉਸਤਤ ਦਾ ਕੋਈ ਲਾਭ ਨਹੀਂ ਹੁੰਦਾ ਪਰਲੋਕ ਦੇ ਅੰਦਰ ਜਦੋਂ ਜੀਵ ਜਾਂਦਾ। ਤੇ ਇਹ ਬਾਣੀ ਦਾ ਨਾਮ ਦਾ ਲਾਹਾ ਤਾਂ ਪਰਲੋਕ ਵਾਸਤੇ ਆਪਾਂ ਇਕੱਠਾ ਕਰਨਾ ਤੇ ਇਸ ਲੋਕ ਵਾਸਤੇ ਵੀ ਇਕੱਠਾ ਕਰਨਾ। ਇਸ ਕਰਕੇ ਬ੍ਰਹਮ ਬੇਤੇ ਇਹਨਾਂ ਦੋਵਾਂ ਚੀਜ਼ਾਂ ਤੋਂ ਪਰੇ ਹੁੰਦੇ ਆ। ਹਾਂ, ਪਰ ਇਹ ਗੱਲ ਆ ਵੀ ਜੇ ਕੋਈ ਉਹਨਾਂ ਦੀ ਉਸਤਤ ਕਰਦਾ ਨਾ ਤੇ ਵਾਹਿਗੁਰੂ ਜੀ ਉਹਨੂੰ ਬੜਾ ਫਲ ਦਿੰਦੇ ਆ। ਵਾਹਿਗੁਰੂ ਜੀ ਉਹਦੇ ਤੇ ਨਿਹਾਲ ਹੋ ਜਾਂਦੇ ਆ, ਕਿਉਂਕਿ ਮਹਾਰਾਜ ਦੀ ਉਸਤਤ, ਮਹਾਰਾਜ ਦੇ ਪਿਆਰਿਆਂ ਦੀ ਉਸਤਤ, ਜਦੋਂ ਮਹਾਰਾਜ ਦੇ ਪਿਆਰਿਆਂ ਦੀ ਉਸਤਤ ਕਰੀਦੀ ਆ, ਵਾਹਿਗੁਰੂ ਜੀ ਪ੍ਰਸੰਨ ਹੋ ਜਾਂਦੇ ਆ। ਇਸ ਕਰਕੇ ਰੱਬ ਦੇ ਪਿਆਰੇ ਆਪ ਬ੍ਰਹਮ ਬੇਤੇ ਨਿੰਦਿਆ ਤੇ ਉਸਤਤ ਤੋਂ ਨਿਰਲੇਪ ਹੁੰਦੇ ਆ। ਤੇ ਮਹਾਰਾਜ ਕਹਿੰਦੇ ਲੋਭ ਮੋਹ ਅਭਿਮਾਨਾਂ, ਉਹਨਾਂ ਨੂੰ ਕਿਸੇ ਪ੍ਰਕਾਰ ਕੋਈ ਪਦਾਰਥਾਂ ਦੇ ਇਕੱਠੇ ਕਰਨ ਦਾ ਲੋਭ ਨਹੀਂ। ਜਿਵੇਂ ਜੀਵ ਨੂੰ ਇੱਛਾ ਨਹੀਂ ਮਰਦੀ, ਸੋਚਦਾ ਕੱਲ ਵਾਸਤੇ, ਅੱਜ ਦਾ ਹੈਗਾ ਸਾਰਾ ਕੁਝ ਕੋਲ, ਪਰ ਕੱਲ ਦੀ ਚਿੰਤਾ ਕਰਦਾ ਬਹੁਤ ਦੁਖੀ ਹੁੰਦਾ। ਤੇ ਜਿਨ ਅੱਜ ਦਿੱਤਾ ਉਹ ਕੱਲ ਨਹੀਂ ਦਊਗਾ। ਇਸ ਕਰਕੇ ਉਹਦੀ ਜ਼ਿੰਮੇਵਾਰੀ ਆ ਪਰਮੇਸ਼ਰ ਦੀ। ਤੇ ਬ੍ਰਹਮ ਗਿਆਨੀ ਇਸ ਕਰਕੇ ਸੁਖੀ ਹੁੰਦੇ ਆ ਤੇ ਜਿਹਨੇ ਹੁਣ ਦਿੱਤਾ ਖਾਣ ਨੂੰ ਉਹ ਕੱਲ ਵੀ ਦਊਗਾ ਹੀ। ਇਸ ਕਰਕੇ ਉਹਨਾਂ ਦੇ ਅੰਦਰ ਲੋਭ ਹੁੰਦਾ ਹੀ ਨਹੀਂ ਇਕੱਠੇ ਕਰਨ ਦਾ। ਉਹ ਜੋ ਆਉਂਦਾ ਪਰ ਰੱਬ ਦੇ ਮੁਤਾਬਕ ਉਹਦੇ 'ਚ ਹੀ ਖੁਸ਼ ਰਹਿੰਦੇ ਆ। ਤੇ ਭਾਵੇਂ ਕਿ ਸਾਰੀਆਂ ਸ਼ਕਤੀਆਂ ਉਹਨਾਂ ਕੋਲ ਹੁੰਦੀਆਂ, ਪਰ ਰਜਾ ਵਿੱਚ ਚੱਲਦੇ ਆ, ਵਾਹਿਗੁਰੂ ਦੇ ਭਾਣੇ ਵਿੱਚ ਚੱਲਦੇ ਆ। ਤਾਂ ਮਹਾਰਾਜ ਕਹਿੰਦੇ ਨਾ ਉਹਨਾਂ ਨੂੰ ਮੋਹ ਹੈ ਤੇ ਕਿਸੇ ਪ੍ਰਕਾਰ ਅਭਿਮਾਨ ਹੁੰਦਾ। ਅਭਿਮਾਨ ਆਪਣੇ ਗੁਣਾਂ ਦਾ ਮਾਣ ਕਰਨਾ। ਐਡੇ ਗੁਣਾਂ ਦੇ ਭੰਡਾਰੇ ਹੁੰਦੇ ਆ, ਗੁਣ ਹੀ ਗੁਣ ਹੁੰਦੇ ਆ ਉਹਨਾਂ ਕੋਲ, ਤੇ ਪਰ ਫਿਰ ਵੀ ਆਪਣੇ ਮੁਖ ਤੋਂ ਕਹਿੰਦੇ ਆ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਓ। ਆਪਣੇ ਮੁਖ ਤੋਂ ਇਹ ਗੱਲ ਕਹਿੰਦੇ ਆ ਕਿ ਕਬੀਰ ਜੀ ਨੂੰ ਕਿਹਾ, ਮਹਾਰਾਜ ਤੁਸੀਂ ਤਾਂ ਦੁਨੀਆ ਤਾਰਤੀ, ਐਡੇ ਭਗਤ ਹੋ। ਕਬੀਰ ਜੀ ਕਹਿੰਦੇ ਮੈਂ ਤਾਂ ਰਾਮ ਦਾ ਕੂਕਰ ਹਾਂ, ਕੁੱਤਾ ਹਾਂ, ਤੇ ਮੇਰਾ ਨਾਮ ਪਰਮੇਸ਼ਰ ਨੇ ਨਾ ਪਿਆਰ ਨਾਲ ਮੋਤੀ ਰੱਖਿਆ, ਮੁਤੀਆ ਮੇਰੋ ਨਾਉ। ਕਹਿੰਦੇ ਗਲੇ ਹਮਾਰੇ ਜੇਵਰੀ, ਮੇਰੇ ਕੰਠ ਵਿੱਚ ਮਹਾਰਾਜ ਦੀ ਹੁਕਮ ਰੂਪੀ ਜੇਵਰੀ ਰੱਸੀ ਪਈ ਹੈ। ਜਹ ਖਿੰਚੈ ਤਹ ਜਾਓ, ਜਿੱਧਰ ਸਾਨੂੰ ਨਿਰੰਕਾਰ ਖਿੱਚਦਾ ਉਧਰ ਨੂੰ ਅਸੀਂ ਜਾਂਦੇ, ਉਧਰ ਨੂੰ ਚੱਲਦੇ ਹਾਂ। ਵੇਖੋ ਕਬੀਰ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਖ ਸ਼੍ਰੋਮਣੀ ਭਗਤ ਦਾ ਦਰਜਾ ਗੁਰੂ ਅਰਜਨ ਸਾਹਿਬ ਨੇ ਦਿੱਤਾ। ਉਹ ਇਸ ਤਰ੍ਹਾਂ ਕਹਿੰਦੇ ਆ, ਗੁਣਾਂ ਦੇ ਭੰਡਾਰੇ ਹੁੰਦੇ ਆ, ਪਰ ਫਿਰ ਵੀ ਕਿਸੇ ਗੁਣ ਦਾ ਮਾਣ ਨਹੀਂ ਉਹਨਾਂ ਨੂੰ ਫੁਰਦਾ। ਇਹ ਮਹਾਰਾਜ ਕਹਿੰਦੇ ਭਾਈ ਬ੍ਰਹਮ ਬੇਤੇ ਦੀ ਨਿਸ਼ਾਨੀ ਹੈ। ਫਿਰ ਸਤਿਗੁਰੂ ਜੀ ਕਹਿੰਦੇ ਹਰਖ ਸੋਗ ਤੇ ਰਹਿ ਨਿਆਰੋ। ਹਰਖ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਜਦੋਂ ਪਦਾਰਥ ਮਿਲੇ, ਤੇ ਸੋਗ ਹੁੰਦਾ ਜਦੋਂ ਪਦਾਰਥ ਛੁੱਟ ਜਾਵੇ, ਨਾਸ਼ ਹੋ ਜਾਵੇ। ਸਤਿਗੁਰੂ ਜੀ ਫਰਮਾਉਂਦੇ ਆ ਕਿ ਭਾਈ ਉਹ ਇਹਨਾਂ ਹਰਖ ਤੇ ਸੋਗ ਤੋਂ ਦੋਹਾਂ ਤੋਂ ਨਿਆਰੇ ਅਸੰਗ ਹੋ ਜਾਂਦੇ, ਵੱਖਰੇ ਹੋ ਜਾਂਦੇ।
ਨਾ ਉਹਨਾਂ ਨੂੰ ਖੁਸ਼ੀ ਪਾਉਂਦੀ ਹੈ, ਨਾ ਉਹਨਾਂ ਨੂੰ ਗਮੀ ਪਾਉਂਦੀ ਹੈ। ਸੰਸਾਰ ਦੀ ਖੁਸ਼ੀ ਜੇ ਸੁਪਨੇ ਵਿੱਚ ਬਹੁਤ ਜ਼ਿਆਦਾ ਅਮੀਰ ਹੋ ਜਾਵੇ ਤੇ ਜਾਗਣ ਤੋਂ ਬਾਅਦ ਬੜਾ ਖੁਸ਼ ਹੋਊਗਾ? ਖੁਸ਼ ਹੋਣਾ ਨਹੀਂ ਉਹਨੇ। ਉਹਨੂੰ ਪਤਾ ਲੱਗ ਜਾਣਾ ਵੀ ਨਹੀਂ, ਸੁਪਨੇ ਦੀ ਗੱਲ ਸੀ, ਛੱਡੋ ਪਰਾਂ। ਤੇ ਜੇ ਕਿਤੇ ਬਹੁਤ ਜ਼ਿਆਦਾ ਦੁੱਖ ਵੇਖਿਆ ਹੋਵੇ ਸੁਪਨੇ 'ਚ, ਜਾਗਣ ਤੋਂ ਬਾਅਦ ਰੋਂਦਾ ਫਿਰ ਵੀ ਬੜੇ ਦੁਖੀ ਹੋਏ ਆ, ਬੜਾ ਪਰੇਸ਼ਾਨੀ ਹੈ, ਉਹਨੂੰ ਪਤਾ ਲੱਗ ਜਾਂਦਾ ਵੀ ਨਹੀਂ, ਉਹਦੇ ਸੁਪਨੇ ਦੀ ਗੱਲ ਸੀ, ਉਹਨੇ ਹੋਈ ਆ। ਤੇ ਉਹ ਦੁੱਖ ਨੂੰ ਚੇਤੇ ਕਰਕੇ ਫਿਰ ਰੋਂਦਾ ਨਹੀਂ। ਮਨ 'ਚ ਉਹਦਾ ਪਰੇਸ਼ਾਨੀ ਥੋੜਾ ਚਿਰ ਰਹਿੰਦੀ ਹੈ, ਹਟ ਜਾਂਦੀ ਹੈ ਫਿਰ, ਕਿਉਂਕਿ ਸੁਪਨੇ ਨੂੰ ਅਣਹੋਇਆ ਜਾਣ ਕਰਕੇ ਤੇ ਸਮਝ ਲੈਂਦਾ ਹੈ ਕਿ ਇਹ ਤਾਂ ਬਈ ਸੁਪਨੇ ਦਾ ਦੁੱਖ ਸੀਗਾ, ਉਹ ਤਾਂ ਹੈ ਹੀ ਨਹੀਂ ਅਸਲ 'ਚ। ਇਸੇ ਤਰ੍ਹਾਂ ਇਹ ਜੀਵਨ ਦੇ ਅੰਦਰ ਜਿਹੜੇ ਦੁੱਖ ਤੇ ਸੁੱਖ ਹੈ, ਹਰਖ ਤੇ ਸੋਗ ਹੈ, ਖੁਸ਼ੀ ਤੇ ਗਮੀ ਹੈ, ਉਹਨੂੰ ਸੁਪਨੇ ਦੀ ਤਰ੍ਹਾਂ ਸਮਝਦੇ ਆ ਮਹਾਂਪੁਰਖ। ਇਸ ਕਰਕੇ ਦੋਹਾਂ ਤੋਂ ਨਿਆਰੇ ਹੋ ਜਾਂਦੇ, ਅਸੰਗ ਹੋ ਜਾਂਦੇ। ਤੇ ਜਦੋਂ ਦੋਹਾਂ ਤੋਂ ਅਸੰਗ ਹੋ ਗਏ ਫਿਰ ਪਾਉਂਦੀ ਨਹੀਂ ਕੋਈ ਚੀਜ਼ ਆ ਕਰਕੇ, ਨਾ ਇਹ ਮਾਨ ਅਪਮਾਨਾ। ਉਹਨਾਂ ਨੂੰ ਇਹ ਮਾਣ ਨਹੀਂ ਕਿ ਕੋਈ ਸਾਡਾ ਸਤਿਕਾਰ ਕਰੇ, ਉਹਨਾਂ ਦੇ ਅੰਦਰ ਮਾਣ ਨਹੀਂ, ਅਹੰਕਾਰ ਨਹੀਂ ਹੈ। ਤੇ ਅਪਮਾਨ ਜੇ ਕੋਈ ਉਹਨਾਂ ਦਾ ਤਿਰਸਕਾਰ ਕਰਦੇ, ਨਰਾਦਰ ਕਰਦੇ, ਤੇ ਉਹ ਵੀ ਉਹਨਾਂ ਦੇ ਅੰਦਰ ਕੋਈ ਚਿੰਤਾ ਨਹੀਂ ਹੈ, ਕੋਈ ਝੋਰਾ ਨਹੀਂ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹੋ ਜਿਹੀ ਅਵਸਥਾ ਹੁੰਦੀ ਹੈ ਜਿਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਵੀ ਜਿਹੜੀ ਆ ਸੁਖਮਨੀ ਸਾਹਿਬ ਜੀ ਦੇ ਅੰਦਰ 8ਵੀਂ ਅਸ਼ਟਪਦੀ ਵਿੱਚ ਮਹਾਰਾਜ ਨੇ ਬ੍ਰਹਮ ਗਿਆਨੀ ਦੇ ਲੱਖਣ ਕਥਨ ਕੀਤੇ ਹਨ। ਉੱਥੇ ਮਹਾਰਾਜ ਨੇ ਆਖਿਆ ਨਾ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇਕਸ ਬਿਨ ਕੋਏ। ਇਹ ਇੱਕ ਤੋਂ ਬਿਨਾਂ ਕਿਸੇ ਨੂੰ ਵੇਖਣਾ ਨਹੀਂ ਹੋਰ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਵਾਕ ਕਹੇ ਮਹਾਰਾਜ ਨੇ। ਇਹ ਲੱਛਣ ਜਿਹੜੇ ਆ ਨਾ, ਇਹ ਨਿਸ਼ਾਨੀਆਂ ਬ੍ਰਹਮ ਗਿਆਨੀ 'ਚ ਹੁੰਦੀਆਂ। ਮਨ 'ਚ ਵੀ ਸੱਚਾ, ਮੁਖ 'ਚ ਵੀ ਸੱਚੇ ਦਾ ਨਾਮ। ਤੇ ਫਿਰ ਅਵਰ ਨਾ ਪੇਖੈ ਇਕਸ ਬਿਨ ਕੋਏ, ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਦੂਸਰੇ ਨੂੰ ਵੇਖਦੇ ਹੀ ਨਹੀਂ। ਉਹ ਪਰਮੇਸ਼ਰ ਨੂੰ ਹੀ ਵੇਖਦੇ ਸਭ ਥਾਵਾਂ ਦੇ ਉੱਤੇ। ਐਸੀ ਉਹਨਾਂ ਦੀ ਇਕਾਗਰਤਾ ਵਾਲੀ ਬਿਰਤੀ ਹੁੰਦੀ ਹੈ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਇਉਂ ਉਹਨਾਂ ਦਾ ਜੀਵਨ ਬਾਕੀ ਸਾਰੇ ਦੁੱਖਾਂ ਤੋਂ, ਸੁੱਖਾਂ ਤੋਂ, ਹਰਖ ਤੋਂ, ਸੋਗ ਤੋਂ, ਮਾਨ ਤੋਂ, ਅਪਮਾਨ ਤੋਂ ਨਿਰਲੇਪ ਹੋ ਜਾਂਦਾ, ਵੱਖਰਾ ਹੋ ਜਾਂਦਾ। ਫਿਰ ਹਜ਼ੂਰ ਫਰਮਾਉਂਦੇ ਆ, ਆਸਾ ਮਨਸਾ ਸਗਲ ਤਿਆਗੈ। ਦੀਰਘ ਕਾਲ ਤੱਕ ਲੱਗੀਆਂ ਹੋਈਆਂ ਆਸਾਂ ਦਾ ਵੀ ਤਿਆਗ ਕਰ ਦਿੰਦੇ ਆ। ਮਨ ਦੇ ਉੱਠਦੇ ਫੁਰਨਿਆਂ ਨੂੰ ਵੀ ਰੋਕ ਲੈਂਦੇ ਆ, ਸਾਰਾ ਹੀ ਤਿਆਗ ਕਰ ਦਿੰਦੇ ਆ। ਇਹ ਜਿਹੜਾ ਮਨ ਨੇ ਘਾੜਾਂ ਕੱਟੀਆਂ ਜਾਣੀਆਂ ਨਾ, ਮਨ ਦੇ ਮਨੋਰਥ ਸਾਰੇ ਜਿਹੜੇ ਇਹ ਖਿਆਲੀ ਗੱਲਾਂ ਹੁੰਦੀਆਂ, ਤੇ ਇਹਨਾਂ ਦਾ ਉਹ ਤਿਆਗ ਕਰ ਦਿੰਦੇ ਆ, ਮਨ ਦੀਆਂ ਖਿਆਲੀ ਗੱਲਾਂ ਦਾ। ਤੇ ਜਿਹੜੀਆਂ ਆਸਾਂ ਲੱਗੀਆਂ ਮਨ ਦੇ ਅੰਦਰ ਬਹੁਤ ਲੰਮੇ ਸਮੇਂ ਦੀਆਂ, ਵੀ ਐਂ ਕਰਾਂਗੇ ਆਉਣ ਵਾਲੇ ਸਮੇਂ 'ਚ, ਉਹ ਆਸਾਂ ਵੀ ਸਾਰੀਆਂ ਉਹ ਤਿਆਗ ਦਿੰਦੇ ਆ। ਤੇ ਜਗ ਤੇ ਰਹਿ ਨਿਰਾਸ਼ਾ, ਜਗਤ ਦੇ ਅੰਦਰ ਉਹ ਨਿਰਾਸ਼ ਰਹਿੰਦੇ ਆ। ਕਿਸ ਚੀਜ਼ ਤੋਂ? ਜਗਤ ਦੇ ਸੁੱਖਾਂ ਤੋਂ। ਕਿਸ ਚੀਜ਼ ਤੋਂ? ਜਿਹੜੇ ਪਦਾਰਥ ਹਨ, ਜਿਹੜੇ ਸਰੀਰ ਪ੍ਰੇਮ ਕਰਦੇ ਆ, ਉਹਨਾਂ ਸਾਰਿਆਂ ਵੱਲੋਂ ਉਹਨਾਂ ਦਾ ਮਨ ਜਿਹੜਾ ਉਹ ਨਿਰਾਸ਼ ਹੁੰਦਾ। ਕਿਉਂ? ਉਹਨਾਂ ਨੂੰ ਪਤਾ ਹੈ ਕਿ ਆਏ ਇਕੱਲੇ ਆ, ਜਾਵਾਂਗੇ ਵੀ ਇਕੱਲੇ। ਇਸ ਕਰਕੇ ਕੋਈ ਸਾਥੀ ਨਹੀਂ, ਸੰਗ ਨਾ ਸਾਥੀ ਗਵਨ ਅਕੇਲਾ ਵਾਗ ਗਏ ਨਾ, ਐਡਾ ਬਰਾਗ ਹੁੰਦਾ ਤਤ ਬੇਤੇ ਦੇ ਅੰਦਰ। ਇਸ ਕਰਕੇ ਉਹ ਕਿਸੇ ਨੂੰ ਆਪਣਾ ਸਾਥੀ ਨਹੀਂ ਸਮਝਦੇ। ਮਹਾਰਾਜ ਨੇ ਕਿਹਾ ਨਾ, ਮੂੜ ਮੁਗਧ ਤੇਰਾ ਸੰਗੀ ਕਵਨ। ਇਹ ਮੂਰਖ ਬੇਸਮਝ, ਤੇਰਾ ਸੰਗੀ ਕੌਣ ਹੈ ਇੱਥੇ? ਤੈਨੂੰ ਸਮਝ ਨਹੀਂ ਲੱਗਦੀ? ਬ੍ਰਹਮ ਬੇਤੇ ਨੂੰ ਸਮਝ ਆ ਜਾਂਦੀ। ਇਸ ਕਰਕੇ ਫਿਰ ਕਹਿੰਦੇ ਆ ਕਿ ਬਨ ਪੀ ਹਾਵਲੈ ਇੱਕ ਸਾਥੀ ਲੱਦਮ, ਦੁੱਖ ਹਰਤਾ ਹਰਨਾਮਾ। ਉਹ ਕਹਿੰਦੇ ਭਾਈ ਇਸ ਬੀਆਬਾਨ ਜੰਗਲ, ਸੰਸਾਰ ਰੂਪੀ ਜੰਗਲ ਦੇ ਅੰਦਰ ਇੱਕ ਸਾਥੀ ਲੱਭ ਗਿਆ ਸਾਨੂੰ, ਇੱਕ ਮਿੱਤਰ ਲੱਭ ਗਿਆ। ਉਹ ਕਿਹੜਾ? ਕਹਿੰਦੇ ਦੁੱਖ ਹਰਤਾ ਹਰਨਾਮਾ। ਸਾਰੇ ਦੁੱਖਾਂ ਨੂੰ ਹਰਨ ਵਾਲਾ ਪਰਮੇਸ਼ਰ ਦਾ ਨਾਮ ਮਿੱਤਰ ਲੱਭ ਗਿਆ ਇਸ ਸੰਸਾਰ ਰੂਪੀ ਜੰਗਲ ਦੇ ਅੰਦਰ। ਇਸ ਕਰਕੇ ਵਾਹਿਗੁਰੂ ਦੇ ਨਾਮ ਵੱਲ ਉਹ ਜਿਹੜੇ ਆਸ਼ਾਵਾਦੀ ਹੋ ਜਾਂਦੇ ਆ, ਵਾਹਿਗੁਰੂ ਦੇ ਪ੍ਰੇਮ ਵਿੱਚ ਆਸ਼ਾਵਾਦੀ ਹੋ ਜਾਂਦੇ ਆ, ਗੁਰਸਿੱਖਾਂ ਦੀ ਸੇਵਾ ਵਿੱਚ ਆਸ਼ਾਵਾਦੀ ਹੁੰਦੇ ਆ, ਪਰ ਸੰਸਾਰ ਵੱਲੋਂ ਨਿਰਾਸ਼ਾਵਾਦੀ ਹੁੰਦੇ ਹਨ। ਸੰਸਾਰ ਵੱਲ ਬਿਲਕੁਲ ਉਹਨਾਂ ਦੀ ਬਿਰਤੀ ਜਿਹੜੀ ਆ ਨਿਰਾਸ਼ ਹੋ ਜਾਂਦੀ ਹੈ। ਜਗ ਤੇ ਰਹਿ ਨਿਰਾਸ਼ਾ, ਨਿਰਾਸ਼ ਹੋ ਕੇ ਰਹਿੰਦੇ ਆ ਇਸ ਜਗਤ ਦੇ ਸੁੱਖਾਂ ਤੋਂ, ਨਾਲ ਨਹੀਂ ਨਿਭਣ ਵਾਲੇ ਪਤਾ ਲੱਗ ਜਾਂਦਾ। ਕਾਮ ਕ੍ਰੋਧ ਜਿਹ ਪਰਸੈ ਨਾਹਿ, ਫਿਰ ਕਾਮ ਤੇ ਕ੍ਰੋਧ ਦਾ ਫੁਰਨਾ ਜਿਹਨੂੰ ਪਰਸਦਾ ਤੱਕ ਨਹੀਂ। ਇਹਨਾਂ ਦਾ ਪਰਸਣਾ ਹੁੰਦਾ ਮਨ 'ਚ ਫੁਰਨਾ ਆਉਣਾ। ਮਨ 'ਚ ਜਦੋਂ ਫੁਰਨਾ ਆ ਜੇ, ਸਮਝ ਲਓ ਉਦੋਂ ਪਰਸ ਲਿਆ ਇਹਨੇ।
ਪਰਸਨਾਂ ਦਾ ਸਪਰਸ਼ ਕਰਨਾ, ਜਿਵੇਂ ਆਪਾਂ ਹੱਥ ਲਾਉਨੇ, ਇਹ ਹੱਥ ਲਾਉਣਾ ਚਮੜੀ ਦਾ ਪਰਸ ਜਾਂ ਪਰਸਣਾ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਬ੍ਰਹਮ ਵੇਤਾ ਨਾ, ਬ੍ਰਹਮ ਗਿਆਨੀ ਮਹਾਂਪੁਰਖ, ਉਹ ਇੰਦਰੀਆਂ ਤੱਕ ਤਾਂ ਕਾਮ ਜਾਂ ਕ੍ਰੋਧ ਨੇ ਕੀ ਆਉਣਾ, ਉਹ ਮਨ ਤੱਕ ਨੂੰ ਨਹੀਂ ਪਰਸਨ ਦਿੰਦੇ। ਮਨ ਦੇ ਅੰਦਰ ਵੀ ਫੁਰਨਾ ਕਾਮ ਦਾ ਤੇ ਕ੍ਰੋਧ ਦਾ ਨਹੀਂ ਆਉਣ ਦਿੰਦੇ। ਤੇ ਸਤਿਗੁਰੂ ਜੀ ਕਹਿੰਦੇ ਭਾਈ ਫਿਰ ਜਿਹਨੂੰ ਕਾਮ ਤੇ ਕ੍ਰੋਧ ਪਰਸ ਨਹੀਂ ਸਕਦਾ, ਉਹ ਕੀ ਹੁੰਦਾ, ਇਹ ਘਟ ਬ੍ਰਹਮ ਨਿਵਾਸਾ। ਉਸ ਘਟ ਸਰੀਰ ਦੇ ਅੰਦਰ ਬ੍ਰਹਮ ਦਾ, ਵਾਹਿਗੁਰੂ ਦਾ ਨਿਵਾਸ ਹੁੰਦਾ। ਫਿਰ ਪਰਮੇਸ਼ਰ ਵਾਹਿਗੁਰੂ ਉੱਥੇ ਆਪ ਆ ਕਰਕੇ ਵਸਦੇ ਆ, ਜਿੱਥੇ ਮਹਾਰਾਜ ਕਹਿੰਦੇ ਭਾਈ ਇਹ ਵਿਕਾਰ ਨਹੀਂ ਹੁੰਦੇ। ਗੁਰ ਕਿਰਪਾ ਜਿਹ ਨਰ ਕਉ ਕੀਨੀ। ਸਤਿਗੁਰੂ ਜੀ ਹੁਣ ਸ਼ਬਦ ਦੀ ਸਮਾਪਤੀ ਕਰਦੇ ਹੋਏ ਕਹਿੰਦੇ ਆ, ਇਹ ਬ੍ਰਹਮ ਗਿਆਨੀ ਦੀ ਅਵਸਥਾ ਆਪਣੇ ਆਪ ਨਹੀਂ ਪ੍ਰਾਪਤ ਹੁੰਦੀ। ਇਹ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਮਨੁੱਖ ਦੇ ਉੱਤੇ, ਜਿਸ ਪ੍ਰਾਣੀ ਤੇ ਆਪਣੀ ਕਿਰਪਾ ਧਰਦੇ ਆ ਸਤਿਗੁਰੂ ਜੀ, ਤੇ ਇਹ ਜੁਗਤ ਪਛਾਨੀ, ਉਹ ਇਸ ਜੁਗਤੀ ਨੂੰ ਪਛਾਣ ਲੈਂਦਾ ਹੈ। ਉਹ ਸਮਝ ਲੈਂਦਾ ਹੈ ਕਿ ਇਹ ਅਸਲ ਵਿੱਚ ਜੀਵਨ ਦੀ ਜੁਗਤ ਕੀ ਹੈ। ਉਹਨੂੰ ਇਸ ਗੁੱਝੇ ਭੇਦ ਦਾ ਪਤਾ ਲੱਗ ਜਾਂਦਾ, ਜਿਹੜਾ ਗੁਪਤ ਵਾ, ਗੁਰੂ ਜੀ ਤੋਂ ਬਿਨਾਂ ਜਾਣਿਆ ਨਹੀਂ ਜਾ ਸਕਦਾ। ਮਹਾਰਾਜ ਦੀ ਕਿਰਪਾ ਵਿੱਚ ਐਡੀ ਬਖਸ਼ਿਸ਼ ਹੈ ਕਿ ਉਸ ਜੁਗਤੀ ਦਾ ਭੇਦ ਖੁੱਲ ਜਾਂਦਾ ਜਦੋਂ ਮਹਾਰਾਜ ਕਿਰਪਾ ਕਰਦੇ ਆ। ਗੁਰੂ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਜਿਸ ਮਨੁੱਖ ਦੇ ਉੱਤੇ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਆ ਨਾ, ਉਹਨੇ ਇਸ ਜੁਗਤ ਨੂੰ ਜਾਣ ਲਿਆ। ਉਹ ਜੁਗਤ ਕਿਹੜੀ ਹੈ? ਸ਼ਬਦ ਤੇ ਸੁਰਤ ਦੀ ਜੁਗਤ, ਸੁਰਤ ਨੂੰ ਸ਼ਬਦ ਵਿੱਚ ਜੋੜਨ ਦੀ ਜੁਗਤ, ਆਤਮਾ ਦੇ ਰਸ ਨੂੰ ਲੈਣ ਦੀ ਜੁਗਤ। ਜਿਹੜਾ ਜੋਗੀ ਦਸਮ ਦਵਾਰ ਵਿਸ਼ਵਾਸ ਚੜਾ ਕੇ ਤੇ ਜਿਹੜੀ ਆ ਮਿੱਠੀ ਕਫ ਦਾ ਰਸ ਲੈਂਦੇ ਆ, ਸਤਿਗੁਰੂ ਜੀ ਕਹਿੰਦੇ ਭਾਈ ਇਹ ਜੁਗਤੀ ਜਿਹੜੀ ਆ ਨਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਕਿਰਪਾ ਨਾਲ ਮਿਲਦੀ ਆ। ਜਦੋਂ ਸੁਰਤ ਸ਼ਬਦ ਦੇ ਅੰਦਰ ਟਿਕ ਜਾਵੇ, ਦੇਸ਼ ਕਾਲ ਵਸਤੂ ਭੁੱਲ ਜਾਵੇ, ਤੇ ਸ਼ਬਦ ਫਿਰ ਬ੍ਰਹਮ ਅਵਸਥਾ ਵਿੱਚ ਲੈ ਜਾਂਦਾ, ਕਿਉਂਕਿ ਸ਼ਬਦ ਆਪ ਬ੍ਰਹਮ ਰੂਪ ਹੈ, ਆਪ ਹੀ ਨਿਰੰਕਾਰ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਇਹ ਸ਼ਬਦ ਵਿੱਚ ਸੁਰਤ ਨੂੰ ਜੋੜਨ ਦੀ ਜੁਗਤੀ ਜਿਹੜੀ ਉਹ ਜਾਣ ਲੈਂਦਾ ਹੈ। ਕੌਣ? ਗੁਰ ਕਿਰਪਾ ਜਿਹ ਨਰ ਕੋ ਕੀਨੀ, ਜਿਸ ਮਨੁੱਖ ਦੇ ਉੱਤੇ ਮਹਾਰਾਜ ਆਪਣੀ ਕਿਰਪਾ ਕਰਦੇ ਆ। ਨਾਨਕ ਲੀਨ ਭਇਓ ਗੋਬਿੰਦ ਸਿਉ। ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਕਹਿੰਦੇ ਆ ਕਿ ਭਾਈ ਅਸੀਂ ਤਾਂ ਵਾਹਿਗੁਰੂ ਦੇ ਨਾਲ ਲੀਨ ਹੋ ਗਏ ਆ, ਵਾਹਿਗੁਰੂ ਦੇ ਵਿੱਚ ਅਭੇਦ ਹੋ ਗਏ ਆ। ਤੇ ਜਿਹੜੇ ਬ੍ਰਹਮ ਬੇਤੇ ਹੁੰਦੇ ਆ ਨਾ, ਮਹਾਰਾਜ ਕਹਿੰਦੇ ਭਾਈ ਉਹ ਵੀ ਪ੍ਰਿਥਵੀ ਦੇ ਪਾਲਕ ਦੇ ਸਰੂਪ ਦੇ ਅੰਦਰ ਲੀਨ ਹੋ ਜਾਂਦੇ ਆ, ਇੱਕ ਮਿਕ ਹੋ ਜਾਂਦੇ ਆ, ਤਾਣੇ ਪੇਟੇ ਦੀ ਤਰ੍ਹਾਂ ਰਲ ਜਾਂਦੇ ਆ। ਕਿਸ ਤਰ੍ਹਾਂ? ਜਿਉਂ ਪਾਣੀ ਸੰਗ ਪਾਣੀ, ਜਿਵੇਂ ਮਹਾਰਾਜ ਕਹਿੰਦੇ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਜਿਵੇਂ ਜਲ ਚ ਆ ਕੇ ਜਲ ਰਲ ਜਾਂਦਾ ਨਾ, ਮਹਾਰਾਜ ਕਹਿੰਦੇ ਤੇ ਉਹ ਜੋਤੀ ਸੰਗ ਜੋਤ ਸਮਾਨਾ। ਇਸ ਤਰ੍ਹਾਂ ਜੋਤੀ ਵਿੱਚ ਜੋਤ ਜਿਹੜੀ ਹੈ ਉਹ ਮਿਲ ਜਾਂਦੀ ਹੈ ਬ੍ਰਹਮ ਗਿਆਨੀ ਦੀ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੋ ਭਾਈ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਹੋ ਕਰਕੇ ਅਸਥਿਤ ਹੁੰਦੇ ਆ, ਨਿਹਾਲ ਹੁੰਦੇ ਆ। ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸੋਰਠ ਰਾਗ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਹਦੇ ਵਿੱਚ ਸਤਿਗੁਰਾਂ ਜੀ ਨੇ ਬ੍ਰਹਮ ਗਿਆਨੀ ਦੇ ਸੱਚੇ ਪਾਤਸ਼ਾਹ ਨੇ ਲੱਖਣ ਦੱਸੇ ਆ ਕਿ ਜੇ ਤਾਂ ਇਹ ਨਿਸ਼ਾਨੀਆਂ ਹੋਣ, ਇਹ ਚਿੰਨ੍ਹ ਹੋਣ, ਫਿਰ ਤਾਂ ਭਾਈ ਉਹ ਬ੍ਰਹਮ ਗਿਆਨੀ ਹੈ। ਤੇ ਜੇ ਮਹਾਰਾਜ ਕਹਿੰਦੇ ਭਾਈ ਇਹ ਲੱਖਣ ਨਹੀਂ ਪ੍ਰਗਟ ਹੁੰਦੇ, ਤੇ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਉਹ ਬ੍ਰਹਮ ਗਿਆਨੀ ਨਹੀਂ ਹੋ ਸਕਦਾ। ਵਾਹਿਗੁਰੂ ਜੀ ਦੇ ਚਰਨਾਂ ਨਾਲ, ਗੁਰੂ ਜੀ ਦੀ ਸਿੱਖਿਆ ਦੁਆਰਾ ਜੁੜ ਕੇ ਜਿਹੜੇ ਨਿਹਾਲ ਹੁੰਦੇ ਆ, ਸਿਮਰਨ ਭਜਨ ਕਰਦੇ ਆ, ਤੇ ਗੁਰੂ ਨਾਨਕ ਸਾਹਿਬ ਜੀ ਜਦੋਂ ਤਰੁੱਠਦੇ ਆ, ਮਿਹਰ ਕਰਦੇ ਆ, ਫਿਰ ਮਹਾਰਾਜ ਜੀ ਗਿਆਨ ਫਲ ਲਾ ਦਿੰਦੇ ਸੱਚੇ ਪਾਤਸ਼ਾਹ ਮਹਾਰਾਜ। ਇਹ ਸਤਿਗੁਰੂ ਜੀ ਦੇ ਹੱਥ ਦਾਤ ਆ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ। ਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਤੋਂ ਸਿੱਖਾਂ ਨੇ, ਸਾਧੂਆਂ ਨੇ, ਮਹਾਤਮਾ ਨੇ, ਫਕੀਰਾਂ ਨੇ, ਸਾਰਿਆਂ ਨੇ ਪੁੱਛਿਆ ਸੀ ਮਹਾਰਾਜ ਬ੍ਰਹਮ ਬੇਤੇ ਦੇ ਆਪ ਕਿਰਪਾ ਕਰਕੇ ਲੱਛਣ ਕਹੋ। ਤਾਂ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਅੰਦਰ ਬ੍ਰਹਮ ਬੇਤੇ ਦੇ ਲੱਖਣ ਕਹੇ ਆ। ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਗਰੀਬ ਨਵਾਜ ਤਰਸ ਕਰਕੇ ਸਿੱਖੀ ਬਖਸ਼ਿਸ਼ ਕਰਨ। ਤੇ ਕੱਲ ਨੂੰ ਅੱਗੇ ਕਥਾ ਜਿਹੜੀ ਹੈ ਸਰਵਣ ਕਰਾਂਗੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਗਰੀਬ ਨਵਾਜ ਮਿਹਰ ਕਰਕੇ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਇਹ ਇੱਕ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।